स्वागत जी आयां नूं प्यार भरी सत श्री अकाल। मैं हाँ कमलप्रीत कौर। दर्शकों, जदों असी किसी दे नाल गल करते हाँ, किसी दी गल नूं सुणदे हाँ, तां एक विचार, एक जिहड़ा आपस विच ही गल्लां दा एक जरिया हुंदा है, ओहदा वटांदरा हुंदा है। पढ़ना, लिखना, बोलना ते सुनना ये मनुख दे हिस्से आया है। ਜਦੋਂ ਵੀ ਸੰਚਾਰ ਦੀ ਅਸੀਂ ਗੱਲ ਕਰਦੇ ਹਾਂ, ਕਈ ਵਾਰ ਤੁਸੀਂ ਜਿਹੜੇ ਮਿਸਅੰਡਰਸਟੈਂਡਿੰਗ ਜਾਂ ਮਿਸਕਮਿਊਨੀਕੇਸ਼ਨ ਦੇ ਸ਼ਬਦ ਸੁਣੇ ਹੋਣਗੇ। ਕਈ ਵਾਰ ਹੁੰਦਾ ਇਹਨਾਂ ਦੇ ਹੋਣ ਦੇ ਨਾਲ ਨਾ ਰਿਸ਼ਤਿਆਂ ਦੇ ਵਿੱਚ ਕਾਫੀ ਪਾੜ ਪੈ ਜਾਂਦਾ ਹੈ। ਕਈ ਵਾਰ ਹੁੰਦਾ ਹੈ ਕਿ ਇਹਦੇ ਅਰਥ ਜਦੋਂ ਚੰਗੀ ਤਰ੍ਹਾਂ ਨਹੀਂ ਅਸੀਂ ਸਮਝਦੇ ਨਾ, ਤਾਂ ਫਿਰ ਕਈ ਵਾਰ ਸਾਨੂੰ ਆਪਣੇ ਕੰਮਾਂ ਕਾਰਾਂ ਦੇ ਵਿੱਚ ਵੀ ਘਾਟਾ ਖਾਣਾ ਪੈਂਦਾ ਹੈ। ਤੇ ਕਈ ਵਾਰ ਇੱਦਾਂ ਵੀ ਹੁੰਦਾ ਹੈ ਕਿ ਸਾਨੂੰ ਬਹੁਤ ਸਾਰੀਆਂ ਸਫਲਤਾਵਾਂ ਦੇ ਪਿੱਛੋਂ ਹੱਥ ਧੋਣਾ ਪੈਂਦਾ ਹੈ। ਸੋ ਇਹ ਸਭ ਚੀਜ਼ਾਂ, ਇਹ ਸਭ ਗੱਲਾਂ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਂਦੇ ਹਾਂ, ਤਾਂ ਸਾਨੂੰ ਲੱਗਦਾ ਹੈ ਕਿ ਅਸੀਂ ਚੰਗੇ ਸੰਚਾਰ ਦੇ ਮਾਧਿਅਮ ਰਾਹੀਂ ਆਪਣੀਆਂ ਗੱਲਾਂ, ਆਪਣੇ ਵਿਚਾਰ ਕਿਸੇ ਤੱਕ ਪਹੁੰਚਦਾ ਕਰਦੇ ਹਾਂ। ਕਈ ਵਾਰ ਹੁੰਦਾ ਹੈ ਮਨੁੱਖ ਦੇ ਕੋਲ ਬਹੁਤ ਕੁਝ ਹੁੰਦਾ ਹੈ, ਮਨੁੱਖ ਦੇ ਕੋਲ ਵਿਚਾਰ ਵੀ ਹੁੰਦੇ ਨੇ, ਉਸ ਦੀ ਪੜ੍ਹਾਈ ਵੀ ਹੁੰਦੀ ਹੈ, ਉਸ ਦੇ ਕੋਲ ਚੰਗੀਆਂ ਗੱਲਾਂ ਵੀ ਹੁੰਦੀਆਂ ਨੇ, ਉਸ ਦੀ ਸੋਹਣੀ ਸੂਰਤ ਵੀ ਹੁੰਦੀ ਹੈ, ਸੀਰਤ ਵੀ ਹੁੰਦੀ ਹੈ, ਪਰ ਬੋਲਣ ਦਾ ਚੱਜ ਨਹੀਂ ਹੁੰਦਾ। ਉੱਥੇ ਸਭ ਕੀ ਹੋ ਜਾਂਦਾ ਹੈ? ਫੇਲ ਹੋ ਜਾਂਦਾ ਹੈ, ਜ਼ੀਰੋ ਹੋ ਜਾਂਦਾ ਹੈ। ਬੋਲਣ ਦੀ ਕਲਾ, ਸੁਣਨ ਦੀ ਕਲਾ, ਲਿਖਣ ਦੀ ਕਲਾ, ਪੜ੍ਹਨ ਦੀ ਕਲਾ, ਇਹ ਸਭ ਸਾਨੂੰ ਸਿਖਾਉਂਦਾ ਹੈ ਸਾਡੇ ਚੰਗੇ ਸੰਚਾਰ ਦੀ ਨਿਪੁੰਨਤਾ। ਔਰ ਇਹ ਨਿਪੁੰਨਤਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਕੀ ਕੁਝ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਲੋੜ ਮਹਿਸੂਸ ਹੋ ਰਹੀ ਹੈ, ਇਸ ਬਾਬਤ ਅਸੀਂ ਪੂਰੀ ਜਾਣਕਾਰੀ ਦੇਵਾਂਗੇ ਅੱਜ ਸਾਡੇ ਵਿਸ਼ੇ ਦੇ ਵਿੱਚ। ਔਰ ਇਸ ਬਾਰੇ ਪੂਰੀ ਜਾਣਕਾਰੀ ਦੇਣ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਡਾਕਟਰ ਗੁਰਦੇਵ ਸਿੰਘ ਰੰਧਾਵਾ, ਪ੍ਰਿੰਸੀਪਲ ਗੁਰੂ ਨਾਨਕ ਕਾਲਜ ਸੁਖਚੈਨਣਾ ਸਾਹਿਬ ਫਗਵਾੜਾ ਤੋਂ ਪਹੁੰਚੇ ਨੇ ਔਰ 32 ਸਾਲਾਂ ਦੇ ਟੀਚਿੰਗ ਐਕਸਪੀਰੀਅੰਸ ਵਿੱਚ ਨੇ। ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਔਰ ਜਿਵੇਂ ਕਿ ਅਸੀਂ ਸ਼ੁਰੂਆਤ ਕੀਤੀ ਹੈ ਕਿ ਇੱਕ ਸੰਚਾਰ, ਚੰਗਾ ਸੰਚਾਰ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੀ ਜ਼ਿੰਦਗੀ ਦੇ ਵਿੱਚ। ਸਭ ਤੋਂ ਪਹਿਲਾਂ ਸਾਨੂੰ ਦੱਸਿਆ ਜਾਵੇ ਕਿ ਕਮਿਊਨੀਕੇਸ਼ਨ ਸਕਿੱਲ ਹੁੰਦਾ ਕੀ ਹੈ? ਦੇਖੋ ਜੀ, ਜਿੰਨੇ ਵੀ ਇਸ ਕਾਇਨਾਤ ਦੇ ਵਿੱਚ ਜੀਵ ਜੰਤੂ ਨੇ ਜੀ, ਪੰਛੀ ਨੇ ਜਾਂ ਇਨਸਾਨ ਨੇ, ਸਾਰਿਆਂ ਦੇ ਲਈ ਆਪਣਾ ਆਪਣਾ ਇੱਕ ਕਮਿਊਨੀਕੇਸ਼ਨ ਸਿਸਟਮ ਹੈ ਜੀ। ਔਰ ਜਿਹੜਾ ਇਨਸਾਨ ਦਾ ਕਮਿਊਨੀਕੇਸ਼ਨ ਸਿਸਟਮ ਹੈ ਜੀ, ਉਹ ਸਭ ਤੋਂ ਜ਼ਿਆਦਾ ਡਿਵੈਲਪਡ ਕਮਿਊਨੀਕੇਸ਼ਨ ਸਿਸਟਮ ਹੈ। ਬਿਲਕੁਲ ਸਹੀ ਗੱਲ ਹੈ ਕਿ ਕਮਿਊਨੀਕੇਸ਼ਨ ਸਿਸਟਮ ਹੈ ਕੀ, ਜਿਹੜਾ ਤੁਸੀਂ ਸਵਾਲ ਕੀਤਾ ਜੀ। ਜੀ, ਕਮਿਊਨੀਕੇਸ਼ਨ ਸਿਸਟਮ ਦਾ ਮਤਲਬ ਆ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਜੀਵਨ ਵਿੱਚ ਵਿਚਰਦੇ ਹੋਏ ਸੰਚਾਰ ਕਰਦੇ ਹੋ, ਲੋਕਾਂ ਨਾਲ ਗੱਲਬਾਤ ਕਰਦੇ ਹੋ, ਚਾਹੇ ਉਹ ਲਿਖਤੀ ਰੂਪ 'ਚ ਆ, ਚਾਹੇ ਉਹ ਬੋਲਣ ਦੇ ਰੂਪ ਦੇ ਵਿੱਚ ਆ ਜੀ, ਚਾਹੇ ਪੜ੍ਹਨ ਦੇ ਰੂਪ ਦੇ ਵਿੱਚ ਆ, ਚਾਹੇ ਸੁਣਨ ਦੇ ਰੂਪ ਜੀ। ਸੋ ਇਹ ਚਾਰੇ ਮੋਡਿਊਲ ਜਿਹੜੇ ਨੇ ਉਹ ਕਮਿਊਨੀਕੇਸ਼ਨ ਸਿਸਟਮ ਦੇ ਵਿੱਚ ਆਉਂਦੇ ਨੇ ਜੀ। ਔਰ ਕਿਸ ਤਰੀਕੇ ਦੇ ਨਾਲ ਅਸੀਂ ਇਫੈਕਟਿਵਲੀ ਆਪਣੇ ਵਿਚਾਰ ਦੂਸਰਿਆਂ ਤੱਕ, ਇੱਕ ਜਾਂ ਵਧੇਰੇ ਵਿਅਕਤੀਆਂ ਤੱਕ, ਕਿੰਨੇ ਥੋੜੇ ਸ਼ਬਦਾਂ ਦੇ ਵਿੱਚ ਤੇ ਕਿੰਨੇ ਪ੍ਰਭਾਵਮਈ ਸ਼ਬਦਾਂ ਤੱਕ ਆਪਾਂ ਪਹੁੰਚਾ ਸਕਦੇ ਹਾਂ, ਉਸ ਕਲਾ ਨੂੰ ਅਸੀਂ ਕਹਿੰਦੇ ਹਾਂ ਕਮਿਊਨੀਕੇਸ਼ਨ ਸਕਿੱਲਸ। ਠੀਕ ਹੈ ਜੀ। ਤੇ ਇਹ ਬੜੀ ਜ਼ਰੂਰੀ ਆ, ਕਿਉਂਕਿ ਇਸ ਤੋਂ ਬਿਨਾਂ ਸਮਾਜ ਦੇ ਵਿੱਚ ਨਾ ਤਾਂ ਪ੍ਰਗਤੀ ਹੋ ਸਕਦੀ ਹੈ, ਨਾ ਹੀ ਸਾਡਾ ਵਿਚਾਰ ਵਟਾਂਦਰਾ ਅੱਗੇ ਜਾ ਸਕਦਾ ਆ, ਅਤੇ ਨਾ ਹੀ ਅਸੀਂ ਆਪਣੇ ਕਿਸੇ ਸਿੱਟੇ ਤੇ ਜਿੱਥੇ ਆਪਾਂ ਪਹੁੰਚਣਾ ਚਾਹੁੰਦੇ ਹਾਂ ਉੱਥੇ ਪਹੁੰਚ ਸਕਦੇ ਹਾਂ, ਜਿੰਨਾ ਚਿਰ ਤੱਕ ਸਾਡੇ ਕੋਲ ਇੱਕ ਇਫੈਕਟਿਵ ਕਮਿਊਨੀਕੇਸ਼ਨ ਸਿਸਟਮ ਨਹੀਂ ਹੈਗਾ। ਜੀ 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 ਜੀ। ਸੰਚਾਰ ਬਿਲਕੁਲ, ਔਰ ਸਿੱਧੀ ਤੇ ਸਾਫ਼ ਤੇ ਸਪਸ਼ਟ ਗੱਲ ਕਰਨ ਦਾ ਇੱਕ ਤਰੀਕਾ ਹੁੰਦਾ ਹੈ। ਜਦੋਂ ਸਾਨੂੰ ਇਹ ਅਸੀਂ ਨਿਪੁੰਨਤਾ ਦੇ ਵਿੱਚ ਜਾਂਦੇ ਹਾਂ ਜਾਂ ਕਲਾ ਨੂੰ ਸਿੱਖਦੇ ਹਾਂ, ਸਾਡੀ ਮਨੁੱਖੀ ਜ਼ਿੰਦਗੀ ਲਈ ਕੀ ਮਹੱਤਤਾ ਹੈ ਇਸ ਦੀ? ਦੇਖੋ, ਜੇ ਮੈਂ ਪਹਿਲੋਂ ਕਿਹਾ ਆ ਕਿ ਇਨਸਾਨ ਦਾ ਜਿਹੜਾ ਜੀਵਨ ਆ ਨਾ, ਬਾਕੀ ਜੀਵ ਜੰਤੂਆਂ ਨਾਲੋਂ ਅਲੱਗ ਆ। ਜਿਹੜਾ ਬਾਕੀ ਜੀਵ ਜੰਤੂ ਨੇ, ਤੁਸੀਂ ਚਾਹੇ ਸ਼ਹਿਦ ਦੀ ਮੱਖੀ ਲੈ ਲਓ, ਉਹ ਆਪਣਾ ਘੁੰਮ ਕੇ ਕੂੰ ਕਰਕੇ ਆਪਣੀ ਗੱਲ ਕਨਵੇ ਕਰਦੀ ਹੈ। ਹਾਂਜੀ, ਠੀਕ ਹੈ। ਕੋਈ ਜਾਨਵਰ ਆ, ਉਹ ਆਪਣੀ ਆਵਾਜ਼ ਕੱਢ ਕੇ ਥੋੜਾ ਜਿਹਾ ਕਰਦਾ, ਕਿਉਂਕਿ ਇਨਸਾਨ ਜਿਹੜਾ ਆ ਉਹ ਪਰਮਾਤਮਾ ਵੱਲੋਂ ਬਾਕੀ ਸ਼੍ਰੇਣੀਆਂ ਨਾਲੋਂ ਅਲੱਗ ਬਣਾਇਆ ਗਿਆ। ਔਰ ਅੱਜ ਦੇ ਸਮਾਜ ਤੱਕ ਜਿੰਨੀ ਵੀ ਪ੍ਰੋਗਰੈਸ ਕੀਤੀ ਆ, ਉਹ ਬਦੌਲਤ ਆ ਹਿਊਮਨ ਬੀਇੰਗਸ ਦੇ ਵਿੱਚ ਜੀ। ਤਾਂ ਹਿਊਮਨ ਬੀਇੰਗਸ ਵਾਸਤੇ ਅਸੀਂ ਚੱਲਣਾ ਆ ਪੀੜ੍ਹੀ ਦਰ ਪੀੜ੍ਹੀ, ਤੇ ਜੇ ਅਸੀਂ
ਆਪਣੀ ਪੀੜ੍ਹੀ ਦਰ ਪੀੜ੍ਹੀ ਤੱਕ ਉਹ ਗੱਲ ਕਨਵੇ ਹੀ ਨਹੀਂ ਕਰ ਸਕਦੇ ਤੇ ਉਹ ਕਨਵੇ ਕਿਹਦੇ ਰਾਹੀਂ ਹੋਣੀ ਆ? ਸੰਚਾਰ ਦੇ ਰਾਹੀਂ ਹਾਂਜੀ। ਚਾਹੇ ਲਿਖ ਕੇ ਕਿਤਾਬਾਂ ਦੇ ਮਾਧਿਅਮ ਰਾਹੀਂ ਹੋ ਜੇ, ਚਾਹੇ ਅਸੀਂ ਬੋਲ ਕੇ ਉਹਨਾਂ ਨੂੰ ਕੁਝ ਚੀਜ਼ ਸਮਝਾ ਸਕੀਏ, ਚਾਹੇ ਪੜ੍ਹ ਕੇ ਉਹਨਾਂ ਨੂੰ ਕੁਝ ਨਾ ਕੁਝ ਸੁਣਾ ਸਕੀਏ, ਜਾਂ ਅਸੀਂ ਸੁਣ ਕੇ ਅੱਛਾ ਕਿਸੇ ਚੀਜ਼ ਤੋਂ ਜਿਹੜਾ ਆ ਉਹ ਉਸ ਚੀਜ਼ ਦਾ ਜਿਹੜਾ ਅਰਥ ਆ ਉਹ ਸਮਝ ਸਕਦੇ ਆ। ਬਿਲਕੁਲ ਬਿਲਕੁਲ ਸਹੀ। ਸੋ ਜਿੰਨੀ ਵੀ ਪ੍ਰੋਗਰੈਸ ਅੱਜ ਤੱਕ ਅਸੀਂ ਇਸ ਜੀਵਨ ਦੇ ਵਿੱਚ ਹਾਸਲ ਕੀਤੀ ਆ, ਜਾਂ ਤੁਸੀਂ ਕਹ ਲਓ ਮਨੁੱਖੀ ਜੀਵਨ ਦੇ ਵਿੱਚ ਹਾਸਲ ਹੋਈ ਆ, ਉਹਦੇ ਵਿੱਚ ਸਭ ਤੋਂ ਜ਼ਿਆਦਾ ਰੋਲ ਜਿਹੜਾ ਸੰਚਾਰ ਦਾ ਰਿਹਾ। ਹਾਂਜੀ। ਸਾਡੇ ਧਰਮ ਗ੍ਰੰਥ ਸੀ ਸਦੀਆਂ ਪਹਿਲਾਂ ਲਿਖੇ ਗਏ, ਅਸੀਂ ਅੱਜ ਵੀ ਉਹਨਾਂ ਨੂੰ ਪੜ੍ਹਦੇ ਆ ਜੀ, ਠੀਕ ਹੈ, ਤੇ ਅਸੀਂ ਉਹਨਾਂ ਨੂੰ ਪੜ੍ਹ ਕੇ ਉਹਨਾਂ ਦਾ ਅਰਥ ਸਮਝਣ ਦੀ ਕੋਸ਼ਿਸ਼ ਕਰਦੇ ਆ ਜੀ। ਉਹ ਅਰਥ ਜੇ ਵਧੀਆ ਤਰੀਕੇ ਨਾਲ ਲਿਖੇ ਗਏ ਸੀ, ਸਾਡੇ ਗੁਰੂਆਂ ਪੀਰਾਂ ਰਿਸ਼ੀਆਂ ਮੁਨੀਆਂ ਨੇ ਲਿਖੇ ਸੀ, ਤਾਂ ਸਾਨੂੰ ਅੱਜ ਵੀ ਉਹਨਾਂ ਦੀ ਸਮਝ ਆਉਂਦੀ ਆ। ਅਸੀਂ ਉਹਦੇ ਤੋਂ ਸੇਧ ਲੈਂਦੇ ਆ, ਡਾਇਰੈਕਸ਼ਨ ਲੈਂਦੇ ਆ, ਆਪਣੀ ਜ਼ਿੰਦਗੀ ਨੂੰ ਅੱਗੇ ਲੈ ਕੇ ਜਾਂਦੇ ਆ। ਇਸੇ ਤਰ੍ਹਾਂ ਵਿਗਿਆਨ ਦੇ ਵਿੱਚ ਜਿਹੜੇ ਵਿਗਿਆਨੀਆਂ ਨੇ ਖੋਜਾਂ ਕੀਤੀਆਂ, ਉਹਨਾਂ ਨੇ ਉਹਨਾਂ ਨੂੰ ਕਲਮਬੱਧ ਕੀਤਾ, ਅਸੀਂ ਉਹਨਾਂ ਨੂੰ ਸਮਝਦੇ ਆ ਅੱਜ ਵੀ, ਤੇ ਉਹਨਾਂ ਤੋਂ ਅੱਗੇ ਜਿਹੜੀਆਂ ਹੋਰ ਇਨਵੈਂਸ਼ਨਸ ਨੇ, ਡਿਸਕਵਰੀਜ਼ ਨੇ ਲੈ ਕੇ ਜਾਂਦੇ ਆ। ਜੇ ਸਾਡੇ ਟੀਚਰ ਸਾਹਿਬਾਨ ਨੇ ਕਲਾਸਰੂਮ ਦੇ ਵਿੱਚ, ਚਾਹੇ ਸਕੂਲ ਆ ਚਾਹੇ ਕਾਲਜ ਆ, ਉਹ ਕਿੰਨੇ ਅੱਛੇ ਤਰੀਕੇ ਦੇ ਨਾਲ ਆਪਣੇ ਵਿਦਿਆਰਥੀਆਂ ਨੂੰ ਕੋਈ ਚੀਜ਼ ਸਮਝਾਉਂਦੇ ਨੇ ਜੀ, ਠੀਕ ਹੈ ਨਾ। ਇੱਕ ਟੀਚਰ ਦੇ ਵਾਸਤੇ ਵੀ ਇੱਕ ਬੜੀ ਵੱਡਾ ਇੱਕ ਗੁਣ ਹੈ ਕਿ ਉਹਨੂੰ ਕਿਵੇਂ ਆਪਣੇ ਬੱਚਿਆਂ ਨਾਲ ਕਨੈਕਟ ਕਰਦਾ ਹੈ। ਹਾਂਜੀ। ਤੇ ਜੇ ਉਹ ਵਧੀਆ ਤਰੀਕੇ ਨਾਲ ਕਨੈਕਟ ਕਰਦਾ ਤੇ ਅਸੀਂ ਉਹਨੂੰ ਕਹਿੰਦੇ ਜੀ ਇਹ ਬਹੁਤ ਵਧੀਆ ਟੀਚਰ ਹੈ, ਇਹਦੇ ਕੋਲ ਸਾਨੂੰ ਸਮਝ ਆ ਗਈ ਹੈ। ਹਾਂਜੀ। ਸੋ ਸੰਚਾਰ ਹੀ ਇੱਕ ਬਹੁਤ ਮਹੱਤਵਪੂਰਨ, ਅਸੀਂ ਕਹਿ ਸਕਦੇ ਹਾਂ ਸਭ ਤੋਂ ਮਹੱਤਵਪੂਰਨ ਸਾਧਨ ਆ, ਜਿਹਦੇ ਨਾਲ ਜ਼ਿੰਦਗੀ ਦੀ ਗੱਡੀ ਨੇ ਅੱਗੇ ਚੱਲਣਾ ਹੈ। ਔਰ ਸਿਰਫ ਉਹਦੇ ਨਾਲ ਸ੍ਰਿਸ਼ਟੀ ਨੇ ਹੀ ਫਾਇਦਾ ਨਹੀਂ ਉਠਾਉਣਾ, ਅਸੀਂ ਨਿੱਜੀ ਜੀਵਨ ਦੇ ਵਿੱਚ ਵੀ ਆਪਣੇ ਨਿਸ਼ਾਨੇ ਤੇ ਪਹੁੰਚਣਾ ਆ ਜੀ। ਔਰ ਉਹ ਸਾਨੂੰ ਖੁਸ਼ਹਾਲੀ ਵੀ ਦਊਗੀ, ਔਰ ਉਹਦੇ ਨਾਲ ਨਾਲ ਸਾਨੂੰ ਜਿਹੜਾ ਆ ਜਿਹੜੀ ਇਹ ਸਮਾਜ ਦੇ ਵਿੱਚ ਜਿਹੜਾ ਵੀ ਇਨਸਾਨ ਪੈਦਾ ਹੋਇਆ ਉਹ ਇੱਕ ਮਕਸਦ ਲੈ ਕੇ ਪੈਦਾ ਹੋਇਆ, ਤੇ ਉਸ ਮਕਸਦ ਤੱਕ ਪਹੁੰਚਣ ਵਾਸਤੇ ਜਿਹੜਾ ਸੰਚਾਰ ਮਾਧਿਅਮ ਦਾ ਅੱਛਾ ਹੋਣਾ, ਨਿਪੁੰਨ ਹੋਣਾ ਬਹੁਤ ਹੀ ਜ਼ਰੂਰੀ ਹੈ। ਬਿਲਕੁਲ ਬਹੁਤ ਜ਼ਰੂਰੀ ਹੈ। ਔਰ ਕਿਹਾ ਜਾਂਦਾ ਹੈ, ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਸਨ, जब तक इस दुनिया में रहिए नानक किच सुनिए किच कहिए। और जदों असी सुनन ते कहण दी गल करदे आ, अज दे समय दी गल असी जदों करदे आ, बहुत सारे खिलार पै गया है। आले दुआले च देखिए जावे तां मतलब किसी नूं चंगी गल करन दा तरीका नहीं आउंदा, किसी नूं सुनन दा तरीका नहीं आउंदा, किसी नूं कहण दा तरीका नहीं आउंदा, किसी नूं लिखण दा तरीका नहीं आउंदा। जिहड़ी ये मैं गल कही है, ये सच्चाई वाली गल है? बिल्कुल सच्चाई वाली जी, 100% है जी। क्योंकि देखो जिहड़ी सुनन दी कला ने आ, ਉਹਦੇ 'ਚ ਸਭ ਤੋਂ ਜ਼ਿਆਦਾ ਡਿਸਪਲਿਨ ਚਾਹੀਦਾ ਜੀ, ਕਿਉਂਕਿ ਜਿੰਨਾ ਚਿਰ ਤੱਕ ਤੁਸੀਂ ਆਪਣੇ ਆਪ ਨੂੰ ਇਕਾਗਰ ਨਹੀਂ ਨਾ ਕਰਦੇ ਜੀ, ਉਨਾ ਚਿਰ ਤੱਕ ਤੁਸੀਂ ਅਗਲੇ ਦੀ ਗੱਲ ਨੂੰ ਸਮਝ ਨਹੀਂ ਸਕਦੇ। ਬਿਲਕੁਲ। ਬਟ ਅਨਫੋਰਚੂਨੇਟਲੀ ਕੀ ਹੋ ਰਿਹਾ ਆ ਅੱਜ ਕੱਲ ਦੇ ਖਾਸ ਕਰਕੇ ਯੂਥ ਦੇ ਵਿੱਚ, ਆਮ ਲੋਕਾਂ 'ਚ ਵੀ ਇਹ ਆ, ਸੁਣਨਾ ਇਸੇ ਕਰਕੇ ਜਾਂਦਾ ਕਿ ਮੈਂ ਅਗਲੇ ਨੂੰ ਜਵਾਬ ਦੇਣਾ ਠਾ ਕਰਦਾ। पर सुनन दा मतलब ये आ कि अगले दे भाव नूं समझो। बिल्कुल। ते समझ के जे तुहानूं ओहदी समझ आ गई आ ते उन्ना की बोलो तां जो उस वार्तालाप कुछ अगे जा सके। इत्थे कोई कंपीटीशन नहीं है कि उन्हें जवाब दिता ते वो जित गया ते मैं हार गया, ते मैं हार गया। सही है। इत्थे आ कि असी उसनूं किसे लॉजिकल एंड तक लैके जाना है जी। सो अच्छा कम्यूनीकेशन सिस्टम तुहानूं जिहनूं पंजाबी च कहंदे ने पकाई मारन तो दूर लैके जांदा आ ते सकारात्मक सोच वाले पासे लैके जांदा आ जी। ते ਉਹ ਕਿਸੇ ਨਾ ਕਿਸੇ ਤੁਹਾਨੂੰ ਨਿਸ਼ਾਨੇ ਦੇ ਉੱਪਰ ਪਹੁੰਚਾਉਂਦਾ ਆ ਜਿਹਦਾ ਕੋਈ ਡੂੰਘਾ ਅਰਥ ਹੁੰਦਾ ਆ, ਜਿਹਦਾ ਕੋਈ ਜ਼ਿੰਦਗੀ ਦੇ ਨਾਲ ਸੰਬੰਧ ਹੁੰਦਾ ਆ। ਬਿਲਕੁਲ। ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਹੈ, ਨੌਜਵਾਨਾਂ ਦਾ ਨਾ ਇੱਕ ਰੋਸ ਰਹਿੰਦਾ ਹੈ ਕਿ ਜਿਹੜੇ ਸਾਡੇ ਬਜ਼ੁਰਗ ਨੇ, ਸਾਡੇ ਘਰਾਂ ਦੇ ਵਿੱਚ ਨੇ, ਸਾਡੇ ਮਾਂ-ਬਾਪ ਨੇ, ਉਹ ਸਾਨੂੰ ਸਹੀ ਨਹੀਂ ਸੁਣਦੇ, ਉਹ ਸਾਡੀਆਂ ਭਾਵਨਾਵਾਂ ਨੂੰ ਨਹੀਂ ਸਮਝਦੇ। ਕਿ ਇੱਥੇ ਇੱਕ
ਮਿਸਕਮਿਊਨੀਕੇਸ਼ਨ ਕਹਿ ਲਓ ਜਾਂ ਕਮਿਊਨੀਕੇਸ਼ਨ ਗੈਪ ਕਹਿ ਲਓ ਅੱਜ ਦੇ ਸਮੇਂ ਦੇ ਵਿੱਚ ਜੋ ਆ ਰਿਹਾ ਹੈ, ਇਸ ਨੂੰ ਕਿਸ ਤਰ੍ਹਾਂ ਸਮਝਦੇ ਹੋ ਤੁਸੀਂ? ਨਹੀਂ ਦੇਖੋ, ਜ਼ਿੰਦਗੀ ਚਾਹੇ ਜਿੰਨੀ ਮਰਜ਼ੀ ਤਰੱਕੀ ਕਰ ਜੇ, ਜਿਹੜੇ ਤੁਹਾਡਾ ਸਵਾਲ ਹੈ ਕਿ ਆਪਣੇ ਨੌਜਵਾਨ ਬਜ਼ੁਰਗਾਂ ਦੇ ਨਾਲ ਸ਼ਿਕਾਇਤ ਕਰਦੇ ਜਾਂ ਬਜ਼ੁਰਗ ਨੌਜਵਾਨਾਂ ਨਾਲ ਸ਼ਿਕਾਇਤ ਕਰਦੇ ਆ ਜੀ, ਦੇਖੋ ਜਿਹੜੇ ਤੇ ਬੁਨਿਆਦੀ ਮਸਲੇ ਨੇ ਨਾ ਉਹ ਤਾਂ ਉਹੀ ਰਹਿਣੇ ਨੇ। ਸੱਚਾਈ ਸੱਚਾਈ ਰਹਿਣੀ ਹੈ, ਇਮਾਨਦਾਰੀ ਇਮਾਨਦਾਰੀ ਰਹਿਣੀ ਹੈ, ਮਿਹਨਤ ਮਸ਼ੱਕਤ ਕਰਨੀ ਮਿਹਨਤ ਮਸ਼ੱਕਤ ਹੀ ਰਹਿਣੀ ਹੈ। ਠੀਕ ਹੈ, ਹਾਂਜੀ। ਗੱਲ ਤੇ ਇਹ ਹੈ ਕਿ ਸਾਡੀ ਜਿਹੜੀ ਜ਼ਿੰਦਗੀ ਦੀ ਟ੍ਰੇਨਿੰਗ ਕਿਸ ਤਰੀਕੇ ਦੀ ਹੋਈ ਹੈ, ਉਹ ਟ੍ਰੇਨਿੰਗ ਚਾਹੇ ਬਜ਼ੁਰਗ ਦੀ ਵੀ ਹੈ, ਮੈਂ ਨਹੀਂ ਕਹਿੰਦਾ ਹਰ ਵਾਰੀ ਨੌਜਵਾਨ ਹੀ ਗਲਤ ਹੁੰਦੇ, ਕਈ ਵਾਰੀ ਬਜ਼ੁਰਗ ਵੀ ਐਵੇਂ ਉਲਝਾ ਲੈਣਗੇ ਗੱਲਾਂ ਦੇ ਵਿੱਚ। ਹਾਂਜੀ ਹਾਂਜੀ ਹਾਂਜੀ। ਆਪਾਂ ਨੇ ਇਹ ਕੰਪੀਟੀਸ਼ਨ ਨਹੀਂ ਕਰਨਾ, ਅਸੀਂ ਤਾਂ ਕਰਨਾ ਕਿ ਹਰ ਇੱਕ ਇਨਸਾਨ ਉਹ ਗੱਲਬਾਤ ਦਾ ਬੁਨਿਆਦੀ ਢਾਂਚਾ ਜਿਹੜਾ ਉਹਨੂੰ ਜ਼ਰੂਰ ਸਮਝੇ ਜੀ। ਠੀਕ ਹੈ, ਇਕੱਲੇ ਬੋਲਣ ਨਾਲ ਕੁਝ ਨਹੀਂ ਹੁੰਦਾ। ਇੱਕ ਬੱਚਾ ਆ, ਕਿਉਂਕਿ ਕਮਿਊਨੀਕੇਸ਼ਨ ਤੇ ਰਾਈਟਿੰਗ ਮੀਡੀਅਮ ਵੀ ਹੈ। ਹਾਂਜੀ। ਪੇਪਰ ਦੇ ਵਿੱਚ ਕਹਿੰਦਾ ਜੀ ਮੈਂ ਤੇ 10 ਸ਼ੀਟਾਂ ਭਰ ਕੇ ਆਇਆ ਤੇ ਨੰਬਰ ਮੇਰੇ ਫੇਰ ਨਹੀਂ ਆਏ। ਠੀਕ ਹੈ, ਬਿਲਕੁਲ। ਹੁਣ ਗੱਲਾਂ ਸ਼ੀਟਾਂ ਭਰਨ ਦੀਆਂ ਨਹੀਂ ਆ, ਗੱਲਾਂ ਕੀ ਹੈ ਕਿ ਤੂੰ ਉਹਦੇ ਵਿੱਚ ਲਿਖਿਆ ਕੀ ਤੇ ਕਿਵੇਂ ਲਿਖਿਆ। ਕਮਿਊਨੀਕੇਸ਼ਨ ਵਾਸਤੇ ਦੋ ਚੀਜ਼ਾਂ ਚਾਹੀਦੀਆਂ ਨੇ, ਇੱਕ ਚਾਹੀਦਾ ਤੁਹਾਡਾ ਕੰਟੈਂਟ ਜੀ ਤੇ ਦੂਜਾ ਚਾਹੀਦਾ ਤੁਹਾਡੀ ਪ੍ਰੈਜੈਂਟੇਸ਼ਨ। ਜਿੰਨਾ ਚਿਰ ਤੁਹਾਡਾ ਕੰਟੈਂਟ ਠੀਕ ਨਹੀਂ ਹੈ ਕਮਿਊਨੀਕੇਸ਼ਨ ਹੋ ਨਹੀਂ ਸਕਦੀ। ਤੇ ਜੇ ਤੁਹਾਡੇ ਕੋਲ ਕੰਟੈਂਟ ਆ ਤੇ ਉਹਦੀ ਪ੍ਰੈਜੈਂਟੇਸ਼ਨ ਤੁਸੀਂ ਕਿਵੇਂ ਕੀਤੀ ਆ ਉਹ ਬੜਾ ਮੈਟਰ ਕਰਦਾ ਜੀ। ਫਿਰ ਉਹਦੀਆਂ ਪ੍ਰੈਜੈਂਟੇਸ਼ਨ ਦੀਆਂ ਬਹੁਤ ਵੱਖ-ਵੱਖ ਟੈਕਨੀਕਸ ਨੇ ਜੀ। ਠੀਕ ਹੈ, ਕਿ ਜੇ ਅਸੀਂ ਕਿਸੇ ਮੁੱਦੇ ਤੇ ਗੱਲ ਕਰਦੇ ਆ ਤੇ ਉਹਦੇ 'ਚ ਸਾਨੂੰ ਤਿੰਨ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਜੀ। ਪਹਿਲੀ ਗੱਲ ਹੁੰਦੀ ਹੈ ਯੂਨਿਟੀ, ਕਿ ਜਿਸ ਮਸਲੇ ਦੇ ਉੱਪਰ ਮੁੱਦੇ ਵਿਸ਼ੇ ਦੇ ਉੱਪਰ ਆਪਾਂ ਗੱਲ ਕਰਦੇ ਆ, ਜੋ ਕੁਝ ਵੀ ਅਸੀਂ ਬੋਲਦੇ ਆ, ਜਿੰਨੇ ਸੈਂਟੈਂਸ ਬੋਲਦੇ ਆ ਉਹ ਉਹਦੇ ਨਾਲ ਰਿਲੇਟਡ ਹੋਣੇ ਚਾਹੀਦੇ। ਦੂਸਰੀ ਹੈਗੀ ਕੋਹਰੈਂਸ। ਕੋਹਰੈਂਸ ਹੁੰਦਾ ਤਰਤੀਬ, ਕਿ ਕੀ ਜਿਹੜਾ ਅਸੀਂ ਵਿਸ਼ਾ ਡਿਸਕਸ ਕਰਨਾ ਚਾਹੁੰਦੇ ਸੀ ਉਹਦੀ ਤਰਤੀਬ ਠੀਕ ਹੈ, ਸਟੈਪ ਬਾਈ ਸਟੈਪ ਆਪਣੀ ਮੰਜ਼ਿਲ ਵੱਲ ਵਧ ਰਿਹਾ ਕਿ ਨਹੀਂ ਵਧ ਰਿਹਾ ਜੀ। ਤੇ ਤੀਸਰੀ ਚੀਜ਼ ਉਹਦੀ ਹੁੰਦੀ ਹੈ ਐਮਫੈਸਿਸ, ਕਿ ਜੇ ਅਸੀਂ ਇੱਕ ਵਿਸ਼ੇ ਤੇ ਬੋਲਣ ਲੱਗੇ ਜੀ ਖੇਡਾਂ ਦੀ ਮਹੱਤਤਾ, ਤੇ ਉੱਥੇ ਮਹੱਤਤਾ ਦੇ ਉੱਪਰ ਜ਼ਿਆਦਾ ਜ਼ੋਰ ਦੇਣਾ ਆ, ਉੱਥੇ ਫੁੱਟਬਾਲ ਕ੍ਰਿਕਟ ਜਾਂ ਹਾਕੀ ਦੇ ਰੂਲਸ ਦੇ ਉੱਪਰ ਜ਼ਿਆਦਾ ਗੱਲ ਨਹੀਂ ਕਰਨੀ। ਹਾਂਜੀ। ਸੋ ਇਹੋ ਜਿਹੀਆਂ ਜਿਹੜੀਆਂ ਕੁਝ ਬੁਨਿਆਦੀ ਚੀਜ਼ਾਂ ਨੇ ਇਹ ਸਾਨੂੰ ਕਮਿਊਨੀਕੇਸ਼ਨ ਦੀਆਂ ਦੱਸਣ ਦੀ ਜ਼ਰੂਰਤ ਹੈ ਜੀ। ਇਹੋ ਹੀ ਚੀਜ਼ਾਂ ਰਾਈਟਿੰਗ ਦੇ ਉੱਪਰ ਵੀ ਐਪਲੀਕੇਬਲ ਨੇ, ਇਹੋ ਹੀ ਸਪੀਕਿੰਗ ਦੇ ਉੱਪਰ ਵੀ ਨੇ। ਠੀਕ ਹੈ। ਔਰ ਬੋਲਣ ਦੇ ਵਿੱਚ ਇਹੋ ਹੀ ਹੈ ਕਿ ਤੁਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨਾ, ਤੇ ਜੇ ਬੋਲਣ ਵਾਲਾ, ਜੇ ਮੈਂ ਅੱਜ ਬੋਲ ਰਿਹਾ ਤੇ ਮੈਨੂੰ ਕੋਈ ਸੁਣ ਰਿਹਾ, ਤੇ ਮੇਰੀ ਇਹ ਇੱਕ ਜ਼ਿੰਮੇਵਾਰੀ ਬਣ ਜਾਂਦੀ ਕਿ ਮੈਂ ਇਸ ਤਰੀਕੇ ਨਾਲ ਬੋਲਾਂ ਕਿ ਇਹਦੇ ਵਿੱਚੋਂ ਕੁਝ ਨਾ ਕੁਝ ਨਿਕਲ ਕੇ ਆਏ ਤੇ ਅਗਲੇ ਨੂੰ ਸਮਝ ਲੱਗੇ। ਹਾਂਜੀ। ਤੇ ਜੇ ਸਮਝ ਹੀ ਨਹੀਂ ਲੱਗਦੀ ਤੇ ਫਿਰ ਨਾ ਮੇਰਾ ਕੁਝ ਬੋਲਣ ਦਾ ਫਾਇਦਾ, ਤੇ ਅਗਲੇ ਨੇ ਤੇ ਵੈਸੇ ਹੀ ਗਵਾਚ ਜਾਣਾ ਮੇਰੇ ਸ਼ਬਦਾਂ ਦੇ ਵਿੱਚ। ਬਿਲਕੁਲ ਬਿਲਕੁਲ। ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬੜੀਆਂ ਜ਼ਰੂਰੀ ਨੇ। ਔਰ ਅਨਫੋਰਚੂਨੇਟਲੀ ਕੀ ਹੋ ਰਿਹਾ ਆ ਅੱਜ ਦੇ ਸਮੇਂ ਦੇ ਵਿੱਚ ਕਿ ਅਸੀਂ ਨਾ ਹਰ ਚੀਜ਼ ਦਾ ਸ਼ਾਰਟਕਟ ਭਾਲਦੇ ਆ ਜੀ, ਤੇ ਸ਼ਾਰਟਕਟ ਦੇ ਵਿੱਚ ਗੱਲ ਕਲੀਅਰ ਨਹੀਂ ਹੁੰਦੀ। ਔਰ ਉਹਦੇ ਵਿੱਚ ਖਾਸ ਕਰਕੇ ਜਿਵੇਂ ਅੱਜ ਕੱਲ ਤੁਸੀਂ ਦੇਖੋ ਟੈਕਨੋਲੋਜੀ ਆ ਗਈ ਹੈ, ਟੈਕਨੋਲੋਜੀ ਦਾ ਬੇਹੱਦ ਫਾਇਦਾ ਆ। ਸਾਡੇ ਕੋਲ IT ਟੈਕਨੋਲੋਜੀ ਆ ਗਈ ਆ ਜਿਹਦੇ ਵਿੱਚ ਸਾਡਾ ਮੋਬਾਈਲ ਫੋਨ ਵੀ ਆ, ਅਸੀਂ ਦੁਨੀਆ ਦੀ ਹਰ ਚੀਜ਼ ਉਹ 'ਚ ਸਰਚ ਕਰ ਸਕਦੇ ਆ। ਪਰ ਕਿਤੇ ਨਾ ਕਿਤੇ ਸਾਡੇ ਨੌਜਵਾਨਾਂ ਨੇ ਕੀ ਕੀਤਾ ਕਿ ਉਹਦੀ ਨਾ ਬੜੀ ਸ਼ਾਰਟ ਫਾਰਮ ਜੀ ਜਿਹੜੀ ਉਹ ਲੈ ਲਈ ਹੈ, ਬਣਾ ਲਈਆਂ ਨੇ। ਜਦੋਂ ਤੁਸੀਂ ਸ਼ਾਰਟ ਫਾਰਮ ਬਣਾ ਲੈਂਦੇ ਹੋ ਨਾ ਉਹ ਕਿਤੇ ਕਿਤੇ ਤੇ ਕਾਮਯਾਬ ਆ, ਪਰ ਜੇ ਤੁਸੀਂ ਉਹੀ ਸ਼ਾਰਟ ਫਾਰਮ ਆਪਣੇ ਰਿਟਨ ਐਗਜ਼ਾਮੀਨੇਸ਼ਨ 'ਚ ਲੈ ਕੇ ਜਾਓਗੇ ਤੁਹਾਡੇ ਲਈ ਹਾਨੀਕਾਰਕ ਹੋਊਗੀ। ਕਿਸੇ ਇੰਟਰਵਿਊ 'ਚ ਅਪੀਅਰ ਹੋਗੇ ਉੱਥੇ ਤੁਹਾਡੇ ਲਈ ਹਾਨੀਕਾਰਕ ਹੋਊਗੀ, ਕਿਉਂਕਿ ਤੁਹਾਡੀ ਇਫੈਕਟਿਵ ਕਮਿਊਨੀਕੇਸ਼ਨ ਬਹੁਤ ਮੈਟਰ ਕਰਦੀ ਹੈ। ਹਾਂਜੀ।
ਜੇ ਤੁਸੀਂ ਕੱਲ ਨੂੰ ਕਿਸੇ ਨੌਕਰੀ ਵਾਸਤੇ ਗਰੁੱਪ ਡਿਸਕਸ਼ਨ ਵਿੱਚ ਜਾਂਦੇ ਹੋ, ਗਰੁੱਪ ਡਿਸਕਸ਼ਨ ਕੀ ਹੈ ਕਿ 10 12 15 ਬੰਦੇ ਬੈਠੇ ਆ, ਇੱਕ ਟੌਪਿਕ ਦਿੱਤਾ ਜਾਂਦਾ, ਤੁਸੀਂ ਉਹਨੂੰ ਡਿਸਕਸ ਕਰਨਾ ਜੀ। ਹਰ ਇੱਕ ਨੂੰ ਥੋੜਾ ਥੋੜਾ ਟਾਈਮ ਦਿੱਤਾ ਜਾਂਦਾ, ਪਰ ਤੁਸੀਂ ਉਸ ਥੋੜੇ ਜਿਹੇ 20 ਮਿੰਟ ਦੀ ਗਰੁੱਪ ਡਿਸਕਸ਼ਨ ਹੈ, ਤੁਹਾਨੂੰ 2 ਮਿੰਟ ਮਿਲਿਆ ਤੇ ਤੁਸੀਂ ਉਸ 2 ਮਿੰਟ ਦੇ ਵਿੱਚ ਆਪਣੀ ਗੱਲ ਅਜਿਹੇ ਤਰੀਕੇ ਦੇ ਨਾਲ ਕਰਨੀ ਆ ਕਿ ਤੁਸੀਂ ਗੱਲ ਕਹਿਣੀ ਵੀ ਆ, ਗੱਲ ਸਮਝਾਉਣੀ ਵੀ ਆ ਤੇ ਆਪਣਾ ਪ੍ਰਭਾਵ ਵੀ ਪਾਉਣਾ ਹੈ। ਬਿਲਕੁਲ ਬਿਲकुल ਠੀਕ ਹੈ ਨਾ ਜੀ। ਤਾਂ ਇਸ ਕਰਕੇ ਫਿਰ ਜਿਹੜੀਆਂ ਇਹ ਕੁਝ ਸਿਧਾਂਤ ਨੇ ਜਿਹੜੇ ਬੋਲਣ ਦੇ ਨੇ, ਲਿਖਣ ਦੇ ਨੇ, ਪੜ੍ਹਨ ਦੇ ਨੇ, ਉਹਨਾਂ ਨੂੰ ਆਪਾਂ ਨੂੰ ਅਪਣਾਉਣਾ ਪਊ ਜੀ। ਕਿ ਜੇ ਤੁਸੀਂ ਕੋਈ ਗੱਲ ਹੀ ਕਰਨ ਲੱਗੇ ਹੋ ਜੀ, ਉਦਾਹਰਨ ਦੇ ਤੌਰ ਤੇ ਤੁਹਾਡੀ ਗੱਲ ਸ਼ੁਰੂ ਇਸ ਤਰੀਕੇ ਦੇ ਨਾਲ ਹੋਣੀ ਚਾਹੀਦੀ ਆ, ਉਹਨੂੰ ਕਹਿੰਦੇ ਟੌਪਿਕ ਸੈਂਟੈਂਸ, ਕਿ ਤੁਹਾਡਾ ਟੌਪਿਕ ਸੈਂਟੈਂਸ ਇਸ ਤਰ੍ਹਾਂ ਦਾ ਹੋਵੇ ਕਿ ਉਹ ਸੈਲਫ ਸਪੀਕਿੰਗ ਹੋਏ, ਔਰ ਤੋਂ ਪਤਾ ਲੱਗ ਜਾਏ ਕਿ ਜਿਹੜੀ ਗੱਲ ਤੁਸੀਂ ਗਾਂ ਕਰਨੀ ਆ ਉਹ ਤੁਹਾਡੇ ਪਹਿਲੇ ਵਾਕ ਦੇ ਵਿੱਚ ਹੀ ਕਲੀਅਰ ਹੋ ਗਈ ਤੇ ਅਗਲਾ ਉਹਨਾਂ ਨਾਲ ਉਹਨੂੰ ਕੈਚ ਕਰ ਲੈ, ਜੁੜਿਆ ਰਹਿੰਦਾ, ਗੱਲ ਦੇ ਜੁੜਿਆ ਰਹਿੰਦਾ ਜੀ ਜੀ। ਸਰ ਜਿਵੇਂ ਅਸੀਂ ਕਹਿੰਦੇ ਆ ਨਾ ਕਿ ਸਾਡੇ ਬਹੁਤ ਸਾਰੀਆਂ ਅੱਜ ਦੇ ਸਮੇਂ ਦੇ ਵਿੱਚ ਇੱਦਾਂ ਦੀਆਂ ਯੂਥ ਨੂੰ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ। ਇੰਟਰਵਿਊ ਦੀ ਗੱਲ ਕੀਤੀ ਹੈ ਤੁਸੀਂ, ਗਰੁੱਪ ਡਿਸਕਸ਼ਨ ਦੀ ਗੱਲ ਕੀਤੀ ਹੈ, ਬਹੁਤ ਸਾਰੇ ਪ੍ਰੋਫੈਸ਼ਨ ਨੇ ਜਿਨ੍ਹਾਂ ਵਿੱਚ ਇਹਨਾਂ ਨੂੰ ਹਮੇਸ਼ਾ ਇਸਤੇਮਾਲ ਕੀਤਾ ਜਾਂਦਾ ਹੈ। ਅਸੀਂ ਲਿਖ ਕੇ ਜਦੋਂ ਆਪਣਾ ਇੱਕ ਟੈਸਟ ਕਲੀਅਰ ਕਰ ਲੈਂਦੇ ਹਾਂ, ਉਸ ਤੋਂ ਬਾਅਦ ਇੰਟਰਵਿਊ ਨੂੰ ਅਸੀਂ ਫੇਸ ਕਰਨਾ ਹੁੰਦਾ ਹੈ। ਬਹੁਤ ਸਾਰੇ ਉਸ ਸਮੇਂ ਫੇਲ ਹੋ ਜਾਂਦੇ ਨੇ ਸਿਰਫ ਕਿ ਆਪਣੀ ਗੱਲ ਨੂੰ ਸਹੀ ਤਰੀਕੇ ਦੇ ਨਾਲ ਸਮਝਾ ਨਹੀਂ ਪਾਉਂਦੇ। ਲੈਂਗੁਏਜ ਕੋਈ ਵੀ ਹੋਵੇ, ਚਾਹੇ ਉਹ ਪੰਜਾਬੀ ਹੋਵੇ, ਹਿੰਦੀ ਹੋਵੇ, ਇੰਗਲਿਸ਼ ਹੋਵੇ, ਸਿਧਾਂਤ ਸਾਰਿਆਂ ਦੇ ਸੇਮ ਹੁੰਦੇ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਇਹਨਾਂ ਦੇ ਨੁਕਸਾਨ ਜਿਹੜੇ ਝੱਲਣੇ ਪੈਂਦੇ ਨੇ ਯੂਥ ਨੂੰ। ਤੇ ਇੱਥੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਜੇ ਤੁਹਾਡਾ ਕਮਿਊਨੀਕੇਸ਼ਨ ਸਿਸਟਮ ਵੀਕ ਹੈ ਨਾ, ਉਹਦਾ ਤੁਹਾਨੂੰ ਪਹਿਲੇ ਸਟੈਪ ਰਿਟਨ ਐਗਜ਼ਾਮੀਨੇਸ਼ਨ ਵਿੱਚ ਵੀ ਖਮਿਆਜਾ ਭੁਗਤਣਾ ਪੈਣਾ। ਠੀਕ ਹੈ, ਕਿ ਜੇ ਤੁਸੀਂ ਆਪਣੇ ਵਿਚਾਰ, ਕਿਉਂਕਿ ਇੱਕ ਐਗਜ਼ਾਮੀਨਰ ਕੋਲ ਉਹੋ ਹੀ ਆ ਜਿਹੜੇ ਤੁਸੀਂ 2 4 10 ਪੇਜ ਲਿਖੇ ਨੇ, ਜੇ ਤੁਸੀਂ ਉਹਦੇ ਵਿੱਚ ਵੀ ਸਹੀ ਤਰੀਕੇ ਦੇ ਨਾਲ, ਪ੍ਰਭਾਵਮਈ ਤਰੀਕੇ ਨਾਲ ਨਹੀਂ ਲਿਖ ਸਕੇ ਤੇ ਪਹਿਲਾਂ ਤੁਹਾਡੀ ਉੱਥੇ ਐਵੈਲੂਏਸ਼ਨ ਦੇ ਵਿੱਚ ਕਮੀ ਆ ਜਾਣੀ ਹੈ। ਦੂਸਰੀ ਗੱਲ ਆ ਗਈ ਕਿ ਅੱਜ ਕੱਲ ਕੱਲਾ ਉਹੋ ਹੀ ਨਹੀਂ ਹੈਗਾ, ਥਿਊਰੀ ਐਗਜ਼ਾਮ ਹੀ ਨਹੀਂ ਹੈ। ਹਾਂਜੀ, ਉਸ ਤੋਂ ਬਾਅਦ ਕਈ ਵਾਰੀ ਵਾਈਵਾ ਵੌਇਸ ਤੋਂ ਵਾਈਵੇ ਦੇ ਵਿੱਚ ਹਾਂਜੀ ਵੀ ਤੁਹਾਨੂੰ ਉੱਥੇ ਬੋਲ ਕੇ ਦੱਸਣਾ ਪੈਂਦਾ। ਹਾਂਜੀ, ਸੋ ਉੱਥੇ ਫਿਰ ਉਹ ਆ ਗਿਆ ਵੀ ਤੁਹਾਨੂੰ ਇਹ ਪਤਾ ਹੋਵੇ ਵੀ ਤੁਹਾਡਾ ਕੰਟੈਂਟ ਕੀ ਸੀ, ਵਿਸ਼ਾ ਵਸਤੂ ਕੀ ਸੀ ਜਦ ਤੇ ਤੁਸੀਂ ਲਿਖਿਆ। ਹਾਂਜੀ, ਤੇ ਫਿਰ ਆ ਗਿਆ ਕਿ ਤੁਸੀਂ ਕੀ ਉਹਨੂੰ ਸਹੀ ਤਰੀਕੇ ਨਾਲ ਬੋਲ ਪਾਏ ਹੋ ਕਿ ਨਹੀਂ ਬੋਲ ਪਾਏ। ਠੀਕ ਹੈ। ਤੀਜੀ ਗੱਲ ਆ ਗਈ ਕਿ ਇੰਟਰਵਿਊ ਤੋਂ ਬਾਅਦ ਜਾਂ ਪਹਿਲੋਂ ਕਈ ਵਾਰੀ ਗਰੁੱਪ ਡਿਸਕਸ਼ਨ ਹੁੰਦੀ ਹੈ। ਹਾਂਜੀ, ਤੇ ਗਰੁੱਪ ਡਿਸਕਸ਼ਨ ਦੇ ਵਿੱਚ ਵੀ ਜੇ ਤੁਸੀਂ ਉਸ ਟੌਪਿਕ ਨੂੰ ਸਮਝ ਲਿਆ ਤੇ ਜੇ ਉਹਨੂੰ ਸਹੀ ਤਰੀਕੇ ਨਾਲ ਕਨਵੇ ਨਹੀਂ ਕੀਤਾ, ਫਿਰ ਵੀ ਗੱਲ ਹੋ ਗਈ ਖਤਮ। ਜੇ ਸਪੋਜ਼ ਤੁਹਾਨੂੰ ਨੌਕਰੀ ਵੀ ਮਿਲ ਗਈ, ਉਸ ਤੋਂ ਬਾਅਦ ਤੁਸੀਂ ਕੰਮ ਕੀ ਕਰਨਾ? ਆਪਣਾ ਕੰਮ ਕਰਨਾ ਤੇ ਆਪਣੇ ਸਾਥੀਆਂ ਨਾਲ ਕੰਮ ਕਰਨਾ, ਕਿਉਂਕਿ ਇਕੱਲੇ ਤਾਂ ਤੁਸੀਂ ਹੈ ਨਹੀਂ। ਬਿਲਕੁਲ, ਚਾਹੇ ਉਹ ਦਫ਼ਤਰ ਹੈ, ਚਾਹੇ ਉਹ ਟੀਚਿੰਗ ਲਾਈਨ ਹੈ, ਚਾਹੇ ਕਿਤੇ ਵੀ ਹੈ, ਉੱਥੇ ਵੀ ਤੁਹਾਡਾ ਫਾਈਲ ਵਰਕ ਬੋਲੂਗਾ ਕਿ ਤੁਸੀਂ ਕਿਵੇਂ ਕੰਮ ਕੀਤਾ। ਹਾਂਜੀ, ਜਾਂ ਤੁਹਾਡਾ ਆਪਣੇ ਕੋਲੀਗਸ ਦੇ ਨਾਲ ਜਾਂ ਤੁਹਾਡੇ ਬੌਸ ਦੇ ਨਾਲ, ਸੀਨੀਅਰਸ ਦੇ ਨਾਲ ਕਿਸ ਤਰੀਕੇ ਦੇ ਨਾਲ ਕੀ ਤੁਸੀਂ ਉਹਨਾਂ ਨੂੰ ਆਪਣਾ ਵਿਊ ਪੁਆਇੰਟ ਸਮਝਾ ਪਾਉਂਦੇ ਹੋ ਕਿ ਨਹੀਂ ਸਮਝਾ ਪਾਉਂਦੇ। ਬਿਲਕੁਲ ਸਹੀ। ਠੀਕ ਹੈ। ਤੇ ਜੇ ਤੁਹਾਡਾ ਕਮਿਊਨੀਕੇਸ਼ਨ ਸਿਸਟਮ ਠੀਕ ਹੋਊ, ਤੁਸੀਂ ਉਹਨਾਂ ਨੂੰ ਸਮਝਾ ਵੀ ਪਾਓਗੇ। ਤੇ ਜੇ ਤੁਸੀਂ ਲੌਜੀਕਲ ਤਰੀਕੇ ਨਾਲ ਸੋਚਦੇ ਹੋਵੋਗੇ, ਕਿਉਂਕਿ ਕਮਿਊਨੀਕੇਸ਼ਨ ਸਿਸਟਮ ਜਿਹੜਾ ਉਹ ਇੱਕ ਲੌਜਿਕ ਦੇ ਉੱਪਰ ਚੱਲਦਾ, ਜੇ ਤੁਸੀਂ ਉਸ ਨੂੰ ਲੌਜੀਕਲੀ ਆਪਣੇ ਸੋਚਦੇ ਹੋਵੋਗੇ ਤੇ ਤੁਸੀਂ ਸਿਰਫ ਇਫੈਕਟਿਵਲੀ ਕੰਮ ਹੀ ਨਹੀਂ ਕਰ ਸਕੋਗੇ, ਸਗੋਂ ਉਸ ਕੰਮ ਦੇ ਵਿੱਚ ਹੋਰ ਐਕਸਪਰਟਾਈਜ਼ ਵੀ ਲਿਆ ਸਕਦੇ ਹੋ, ਉਹਦੇ 'ਚ ਬਹੁਤ ਜ਼ਿਆਦਾ ਨਿਖੇੜ ਲਿਆ ਸਕਦੇ ਹੋ, ਉਹਨੂੰ ਹੋਰ ਉੱਚੇ ਲੈਵਲ ਦੇ ਉੱਪਰ ਲਿਜਾ ਸਕਦੇ ਹੋ। ਬਿਲਕੁਲ, ਕਮਿਊਨੀਕੇਸ਼ਨ ਸਕਿੱਲ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ ਔਰ ਸੱਚੀ ਗੱਲ ਹੈ, ਜੇ ਚੰਗਾ ਸੰਚਾਰ ਸਾਡਾ ਨਹੀਂ ਹੋਏਗਾ, ਬਹੁਤ ਸਾਰੇ ਖਮਿਆਜ਼ੇ ਸਾਨੂੰ ਭੁਗਤਣੇ ਪੈਣਗੇ, ਨੁਕਸਾਨ ਹੋਣਗੇ। ਕਿੱਦਾਂ ਇਹਨਾਂ ਨੁਕਸਾਨਾਂ ਤੇ ਕਾਬੂ ਜ਼ਰੂਰ ਪਾਵਾਂਗੇ, ਆਪਾਂ ਜ਼ਰੂਰ ਇਹਨਾਂ ਨਾਲ ਗੱਲਾਂ ਕਰਾਂਗੇ। ਫਿਲਹਾਲ ਗੀਤ ਦਾ ਵੇਲਾ ਹੋ ਚੁੱਕਿਆ ਹੈ, ਆਓ ਸੁਣਦੇ ਹਾਂ ਗੀਤ।
ਵਸਾ ਲੈ ਸਨ ਸਾਡੇ ਦਿਲ ਵਿੱਚ ਵਸ ਜਾ ਤੂੰ ਤੇ ਦਿਲ 'ਚ ਵਸਾ ਲੈ ਸਨ ਆ ਸਾਡਾ ਬਣ ਜਾ ਤੂੰ ਸਾਡਾ ਬਣ ਜਾ ਤੂੰ ਤੇ ਆਪਣਾ ਬਣਾ ਲੈ ਸਨ ਅੱਜ ਦਿਲ ਵਿੱਚ ਵਸ ਜਾ ਤੂੰ ਤੇ ਦਿਲ 'ਚ ਵਸਾ ਲੈ ਸਨ ਅੱਜ ਦਿਲ ਵਿੱਚ ਵਸ ਜਾ ਤੂੰ ਤੇ ਦਿਲ 'ਚ ਵਸਾ ਲੈ ਸਨ दूरी किस गल दी मजबूरी किस गल दी जे तू चाकरी मजियां दा मेरी चोरी किस गल दी मजबूरी किस गल दी तैनू रांझा मन्निया रांझा मन्निया तू हीर बना लै सन अज दिल विच वस जा तू ते दिल च बसा लै सन अज दिल विच वस जा तू ते दिल च बसा लै सन बड़ी मुश्किल लभदे ने पाक मदीने यार नगीने ओ छतरी किस कम दी जदों उड़ के कबूतर चीने यार नगीने ਅਸੀਂ ਤੇਰੇ ਗੋਲੇ ਹਾਂ ਅਸੀਂ ਤੇਰੇ ਗੋਲੇ ਹਾਂ ਜਿੱਥੇ ਮਰਜ਼ੀ ਬਿਠਾ ਲੈ ਸਾਨੂੰ ਅੱਜ ਦਿਲ ਵਿੱਚ ਵਸ ਜਾ ਤੂੰ ਤੇ ਦਿਲ 'ਚ ਵਸਾ ਲੈ ਸਾਨੂੰ ਅੱਜ ਦਿਲ ਵਿੱਚ ਵਸ ਜਾ ਤੂੰ ਤੇ ਦਿਲ 'ਚ ਵਸਾ ਲੈ ਸਾਨੂੰ व्यापारी दुनिया दे तमाशे दा तू मस्त मदारी रंगा दा ललारी असी चिट्टी चादर हाँ चिट्टी चादर हाँ जिवें मर्जी रंगा लै सन अज दिल विच वस जा तू ते दिल च बसा लै सन अज दिल विच वस जा तू ते दिल च बसा लै सन तेरे पैरी झांझर हाँ वे तेरे हथ भी खंजरी हाँ मर जाने माना वे साइयां दी कंजरियां साइयां दी कंजरियां तू लाडी शाह मेरा लाडी शाह मेरा जिवें मर्जी नचा लै सन अज दिल विच वस जा तू ते दिल च बसा लै ਜੀ ਪਿਆਰੇ ਦਰਸ਼ਕੋ ਗੀਤ ਤੋਂ ਬਾਅਦ ਮੁੜ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਅੱਜ ਅਸੀਂ ਗੱਲ ਕਰ ਰਹੇ ਹਾਂ ਕਮਿਊਨੀਕੇਸ਼ਨ ਸਕਿੱਲ ਤੇ ਸੌਫਟ ਸਕਿੱਲ ਦੀਆਂ ਔਰ ਸੰਚਾਰ ਦੇ ਮਾਧਿਅਮ ਰਾਹੀਂ ਬਹੁਤ ਕੁਝ ਅੱਜ ਅਸੀਂ ਸਿੱਖ ਲਿਆ ਹੈ ਔਰ ਸਿੱਖਦੇ ਵੀ ਆ ਰਹੇ ਹਾਂ ਮਾਂ ਤੋਂ ਅਸੀਂ ਸ਼ੁਰੂਆਤ ਕਰ ਦਿੰਦੇ ਹਾਂ ਆਪਣੀ ਬੋਲੀ ਦੀ ਅਧਿਆਪਕ ਤੱਕ ਅਸੀਂ ਸਿੱਖਦੇ ਆ ਰਹੇ ਹਾਂ ਔਰ ਅੰਤਲੇ ਸਮੇਂ ਵਿੱਚ ਵੀ ਅਸੀਂ ਸਿਖਾਉਂਦੇ ਆਉਂਦੇ ਹਾਂ ਇਹ ਕਲਾ ਦੇ ਵਿੱਚ ਕਿਤੇ ਨਾ ਕਿਤੇ ਬਾਹਰੀ ਪ੍ਰਭਾਵ ਵੀ ਪੈਣੇ ਸ਼ੁਰੂ ਹੋ ਜਾਂਦੇ ਨੇ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਇੱਥੇ ਕਿ ਪੱਛਮੀ ਸੱਭਿਅਤਾ ਦਾ ਅੱਜ ਸਾਡੀ ਸੱਭਿਆਚਾਰ ਤੇ ਇਹਨਾਂ ਦਾ ਕੀ ਮਾਰੂ ਪ੍ਰਭਾਵ ਪਿਆ ਚੰਗਾ ਪ੍ਰਭਾਵ ਪਿਆ ਦੇਖੋ ਅਸੀਂ ਇਨਸਾਨ ਆ ਅਸੀਂ ਇੱਥੇ ਜੀਵਨ ਬਤੀਤ ਕਰਨਾ ਪ੍ਰਭਾਵ ਬਾਹਰੀ ਵੀ ਪੈਣਾ ਆ ਪ੍ਰਭਾਵ ਅੰਦਰੂਨੀ ਵੀ ਪੈਣਾ ਪਰ ਅਸੀਂ ਦੇਖਣਾ ਕਿ ਅਸੀਂ ਪ੍ਰਭਾਵ ਕਿਹੜਾ ਕਬੂਲ ਕਰਨਾ ਅਸੀਂ ਆਪਣੇ ਮਨ 'ਚ ਇਹ ਨਹੀਂ ਲੈ ਕੇ ਆਉਣਾ ਕਿ ਬਾਹਰੀ ਪ੍ਰਭਾਵ ਚੰਗਾ ਤੇ ਸਾਡਾ ਪ੍ਰਭਾਵ ਮਾੜਾ ਅੰਦਰੂਨੀ ਪ੍ਰਭਾਵ ਮਾੜਾ ਠੀਕ ਹੈ ਅਸੀਂ ਅੱਛੇ ਪੁਆਇੰਟ ਗ੍ਰਹਿਣ ਕਰਨੇ ਆ ਸਾਡੇ ਪੁਆਇੰਟਸ ਵੀ ਸਾਡੇ ਜਿਹੜਾ ਆਪਣਾ ਸਿਸਟਮ ਹੈ ਉਹਦੇ ਵੀ ਬਹੁਤ ਅੱਛੇ ਪੁਆਇੰਟਸ ਨੇ ਪਰ ਹੁੰਦਾ ਕੀ ਹੈ ਕਿ ਅਸੀਂ ਬਿਨਾਂ ਸੋਚੇ ਸਮਝੇ ਖਾਸ ਕਰਕੇ ਜਿਹੜੇ ਨੌਜਵਾਨ ਨੇ ਉਹ ਬਾਹਰੀ ਪ੍ਰਭਾਵ ਨੂੰ ਛੇਤੀ ਕਬੂਲ ਕਰ ਲੈਂਦੇ ਨੇ ਤੇ ਆਪਣੇ ਨੂੰ ਛੱਡ ਦਿੰਦੇ ਨੇ ਜੀ ਉਹਦੇ ਨਾਲ ਫਿਰ ਹੁੰਦਾ ਨਾ ਉਹ ਕਰਦੇ ਰਹਿੰਦੇ ਨੇ ਨਾ ਘਟਦੇ ਰਹਿੰਦੇ ਨੇ ਔਰ ਅੱਜ ਦਾ ਜੋ ਸਿਨਾਰੀਓ ਆ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਮਿਊਨੀਕੇਸ਼ਨ ਸਕਿੱਲਸ
ਸਾਡੇ ਪੰਜਾਬੀ ਦੇ ਵੀ ਘਟ ਗਏ ਨੇ ਹੂੰ ਤੇ ਅੰਗਰੇਜ਼ੀ ਦੇ ਸਾਡੇ ਇੰਪਰੂਵ ਨਹੀਂ ਹੋਏ। ਹੂੰ ਉਹਦਾ ਕਾਰਨ ਇਹੋ ਹੀ ਸੀ ਕਿ ਆਪਣੀਆਂ ਨੀਹਾਂ ਨੂੰ ਅਸੀਂ ਸਮਝ ਨਹੀਂ ਸਕੇ ਹੂੰ ਤੇ ਬਾਹਰਦਿਆਂ ਨੂੰ ਜਿਹੜਾ ਸੀ ਚੰਗੀ ਅਸੀਂ ਤਰ੍ਹਾਂ ਅਪਣਾ ਨਹੀਂ ਨਕਲ ਸਕੇ। ਮਾਰ ਲਈ। ਹੂੰ ਸੋ ਲਾਈਫ ਦਾ ਪ੍ਰਿੰਸੀਪਲ ਤੇ ਸਿੰਪਲ ਹੀ ਹੈ ਕਿ ਤੁਹਾਡੇ ਅੰਦਰ ਕੁਝ ਹੋਣਾ ਚਾਹੀਦਾ। ਹੂੰ ਠੀਕ ਹੈ ਨਾ। ਹੂੰ ਤੋ ਅੰਦਰ ਕੀ ਹੈ? ਅੰਦਰ ਤੁਹਾਡੇ ਆਈਡੀਆਜ਼ ਨੇ, ਵਿਚਾਰ ਨੇ, ਜਿਹੜੇ ਕਿ ਤੁਹਾਡੀ ਅਪਬ੍ਰਿੰਗਿੰਗ ਦੇ ਵਿੱਚ ਆਉਣਗੇ, ਹੂੰ ਚਾਹੇ ਉਹ ਮਾਂ-ਬਾਪ ਨੇ, ਚਾਹੇ ਉਹ ਅਧਿਆਪਕ ਨੇ, ਠੀਕ ਹੈ, ਚਾਹੇ ਤੁਸੀਂ ਕਿੰਨੀ ਸਟੱਡੀ ਕੀਤੀ ਆ, ਕਿਤਾਬਾਂ ਕਿੰਨੀਆਂ ਪੜ੍ਹੀਆਂ ਨੇ, ਤੁਸੀਂ ਕਿੰਨਾ ਫਿਰੇ ਤੁਰੇ ਹੋ ਸਮਾਜ ਹਾਂਜੀ। ਦੇ ਵਿੱਚ, ਹੂੰ ਤੇ ਕੀ ਤੁਸੀਂ ਆਪਣਾ ਜਿਹੜੀ ਬੋਲੀ ਸੀਗੀ ਉਹਨੂੰ ਕਿੰਨਾ ਕੁ ਪ੍ਰਫੁੱਲਤ ਕੀਤਾ ਹੈ, ਕਿੰਨਾ ਕੁ ਸਮਝਿਆ ਹੈ। ਜੀ ਤੇ ਜਦੋਂ ਅਸੀਂ ਬਾਹਰ ਦੀ ਬੋਲੀ ਨੂੰ ਲੈਨੇ ਆ ਹੂੰ ਤੇ ਜੇ ਅਸੀਂ ਉਹਨੂੰ ਸਿਰਫ ਸੁਣੀ ਜਾਵਾਂਗੇ, ਹੂੰ ਉਹਨੂੰ ਵੇਖ ਕੇ ਤੇ ਜਿਹੜੀ ਉਹਦੇ ਸੋ ਕਾਲਡ ਸਟਾਈਲਿਸ਼ ਵਰਡਸ ਨੇ ਉਹਨਾਂ ਨੂੰ ਹੀ ਯੂਜ਼ ਕਰਾਂਗੇ, ਹੂੰ ਉਹਦੇ ਨਾਲ ਤੁਹਾਡੀ ਕਮਿਊਨੀਕੇਸ਼ਨ ਕਦੀ ਵੀ ਸਟਰੋਂਗ ਨਹੀਂ ਹੋਣੀ। ਔਰ ਅਨਫੋਰਚੂਨੇਟਲੀ ਕਿਉਂਕਿ ਯੂਥ ਹੈ, ਯੂਥ ਦੇ ਵਿੱਚ ਕੋਈ ਚੀਜ਼ਾਂ ਪ੍ਰਭਾਵ ਪਾ ਜਾਂਦੀਆਂ ਨੇ, ਹਾਂਜੀ ਉਹਨੂੰ ਅਪਣਾ ਲੈਂਦੇ ਨੇ, ਤਾਂ ਇਨਸਟੈਡ ਉਹਨਾਂ ਦਾ ਕੋਈ ਫਾਇਦਾ ਕਰਨ ਦੇ ਕਈ ਵਾਰੀ ਨੁਕਸਾਨ ਨੁਕਸਾਨ ਹੁੰਦੇ ਨੇ। ਹਾਂਜੀ। ਜੀ ਜਿਵੇਂ ਕਿ ਅਸੀਂ ਅੱਜ ਆਪਣੇ ਵਿਸ਼ੇ ਦੇ ਵਿੱਚ ਕਮਿਊਨੀਕੇਸ਼ਨ ਸਕਿੱਲ ਦੀ ਗੱਲ ਕਰ ਰਹੇ ਹਾਂ, ਨਾਲ ਦੀ ਨਾਲ ਅਸੀਂ ਸੌਫਟ ਸਕਿੱਲ ਦੀ ਵੀ ਜੇ ਬਿਲਕੁਲ ਗੱਲ ਜੀ, ਬਹੁਤ ਕੀਤੀ ਜ਼ਰੂਰੀ ਜਾਵੇ, ਨੇ। ਹਾਂ, ਕਿੰਨੇ ਕੁ ਉਹਦੇ ਅਰਥ ਸਾਡੀ ਜ਼ਿੰਦਗੀ ਦੇ ਵਿੱਚ ਅੱਜ ਢੁਕਵੇਂ ਹੈਗੇ ਨੇ, ਔਰ ਕਿੱਦਾਂ ਸਾਨੂੰ ਸੌਫਟ ਸਕਿੱਲ ਅਪਣਾਉਣੀ ਚਾਹੀਦੀ ਹੈ, ਕੀ ਕੁਝ ਇਹਨਾਂ ਦੇ ਅੰਸ਼ ਹੁੰਦੇ ਨੇ, ਇਹ ਵੀ ਦੱਸਿਆ ਜਾਵੇ। ਹਾਂਜੀ, ਬਹੁਤ ਵਧੀਆ ਤੁਸੀਂ ਸਵਾਲ ਕੀਤਾ ਹੈ, ਕਿਉਂਕਿ ਇੱਕ ਤੇ ਆ ਸੰਚਾਰ, ਅਸੀਂ ਬੋਲਣਾ ਆ, ਹੂੰ ਤੇ ਜਿਹੜੇ ਸੌਫਟ ਸਕਿੱਲਸ ਨੇ ਨਾ, ਉਹ ਸਾਨੂੰ ਸ੍ਰਿਸ਼ਟਾਚਾਰ ਦਿਖਾਉਂਦੇ ਨੇ। ਜੀ ਜੀ ਠੀਕ ਹੈ, ਯਾਨੀ ਤੁਹਾਡੇ ਵਿੱਚ ਕੁਝ ਆਰਟਿਸਟਿਕ ਕੁਆਲਿਟੀਆਂ ਹੋਣੀਆਂ ਬੜੀਆਂ ਜ਼ਰੂਰੀ ਨੇ। ਜੀ ਕਿਸੇ ਨੂੰ ਪੇਂਟਿੰਗ ਦਾ ਬਹੁਤ ਸ਼ੌਂਕ ਆ, ਹੂੰ ਠੀਕ ਹੈ, ਉਹ ਬਹੁਤ ਖੂਬਸੂਰਤ ਉਹਦੀ ਕੈਲੀਗ੍ਰਾਫੀ ਵੀ ਆ ਜਾਏਗੀ ਕਿ ਬਹੁਤ ਸੋਹਣਾ ਲਿਖੂਗਾ ਵੀ। ਵੀ ਹੂੰ ਕਿਸੇ ਨੂੰ ਮਾਲਕ ਨੇ ਪੋਇਟਰੀ ਵਾਲੇ ਪਾਸੇ ਲੈ ਕੇ ਗਿਆ ਹੈ, ਹੂੰ ਕਿਸੇ ਨੂੰ ਸੰਗੀਤ ਵਾਲੇ ਪਾਸੇ ਲੈ ਕੇ ਗਿਆ ਹੈ। ਜੀ ਉਹ ਜਦੋਂ ਬੋਲੂਗਾ ਤੇ ਉਹ ਕੁਝ ਗੱਲਾਂ ਵਿੱਚ ਕਵਿਤਾ ਦੀਆਂ ਵੀ ਕਰ ਲਏਗਾ, ਹੂੰ ਕੁਝ ਸੰਗੀਤਕ ਗੱਲਾਂ ਵੀ ਕਰ ਲਏਗਾ। ਹਾਂਜੀ ਠੀਕ ਹੈ ਜੀ। ਹੂੰ ਇਹਦੇ ਵਿੱਚ ਹੀ ਤੁਹਾਡੀ ਬਾਡੀ ਲੈਂਗੁਏਜ ਵੀ ਆ ਜਾਂਦੀ ਆ। ਆਰਟਿਸਟਿਕ ਦਾ ਮਤਲਬ ਕਲਾਤਮਕ ਤੁਹਾਡੇ ਕੋਲ ਕੀ ਨੇ। ਠੀਕ ਹੈ। ਤੇ ਜੇ ਮੈਂ ਪਹਿਲਾਂ ਦੱਸਿਆ ਕਿ ਬੋਲੀ ਜਿਹੜੀ ਹੈ ਇਕੱਲੇ ਸ਼ਬਦ ਹੀ ਨਹੀਂ ਹੈਗਾ। ਹੂੰ ਅਸੀਂ ਕਿਸੇ ਨੂੰ ਰੋਕਣਾ ਹੋਏ, ਬੱਚੇ ਨੂੰ ਕਹਿੰਦੇ ਆ, ਹੂੰ ਉਂਗਲ ਫੇਰ ਉਹ ਦਿੰਦੇ, ਉਂਗਲ ਕਿਵੇਂ? ਫੇਰ ਦਿੰਦੇ ਆ, ਦੈਟ ਇਜ਼ ਅ ਸਿੰਬਲ ਹਾਂਜੀ ਵੀ ਨਹੀਂ ਨਹੀਂ ਕਰਨਾ। ਕਰਨਾ। ਹਾਂਜੀ ਠੀਕ ਹੈ ਨਾ। ਤੇ ਜੇ ਕਿਸੇ ਨੂੰ ਕਹਿਣਾ ਕਰਨਾ, ਤਾਂ ਸਿੰਪਲੀ ਐ ਸਿਰ ਹਿਲਾ ਦਿੰਦੇ ਆ, ਉਹਦਾ ਮਤਲਬ ਕਿ ਹਾਂ ਮੈਂ ਕਰਨਾ ਹੈ। ਹਾਂਜੀ ਜੇ ਅਸੀਂ ਕਿਸੇ ਵੀ ਗਰੁੱਪ ਡਿਸਕਸ਼ਨ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਜੀ ਸਾਡੇ ਗੱਲ ਕਰਨ ਦਾ ਜਿਹੜਾ ਤਰੀਕਾ ਉਹਨੂੰ ਵੀ ਦੇਖਿਆ ਜਾਂਦਾ, ਹਾਂਜੀ। ਸਾਡੀ ਬਾਡੀ ਲੈਂਗੁਏਜ ਜਿਹੜੀ ਹੈ ਉਹਨੂੰ ਵੀ ਪੜਿਆ ਜਾਂਦਾ। ਹਾਂਜੀ ਤੇ ਜਿਸ ਬੰਦੇ ਦੇ ਵਿੱਚ ਹੂੰ ਕੁਝ ਗੁਣ ਨੇ, ਕਲਾ ਆ, ਉਹਦੀ ਬਾਡੀ ਲੈਂਗੁਏਜ ਬਾਕੀਆਂ ਨਾਲੋਂ ਕਿਤੇ ਬਿਹਤਰ ਹੋਏਗੀ। ਹਾਂਜੀ ਠੀਕ ਹੈ ਜੀ। ਹੂੰ ਇਸੇ ਤਰ੍ਹਾਂ ਜਦੋਂ ਤੁਸੀਂ ਇੰਟਰਵਿਊ ਦੇਣ ਜਾਂਦੇ ਹੋ, ਜੀ ਉੱਥੇ ਵੀ ਤੁਹਾਡੇ ਟੇਬਲ ਮੈਨਰਸ ਵੀ ਆ ਜਾਂਦੇ। ਟੇਬਲ ਮੈਨਰਸ ਵੀ ਸੌਫਟ ਸਕਿੱਲਸ ਨੇ। ਜੀ ਉੱਥੇ ਤੁਹਾਡੇ ਟੇਬਲ ਮੈਨਰਸ ਵੀ ਦੇਖਦੇ ਨੇ, ਤੁਹਾਡੀ ਬਾਡੀ ਲੈਂਗੁਏਜ ਨੂੰ ਵੀ ਦੇਖਦੇ ਨੇ, ਹੂੰ। ਤੁਸੀਂ ਤੁਰਦੇ ਫਿਰਦੇ ਕਿਸ ਤਰੀਕੇ ਦੇ ਨਾਲ ਗੱਲ ਕਰਦੇ ਨੇ। ਸੋ ਜਿਸ ਤਰੀਕੇ ਦੇ ਨਾਲ ਵੀ ਅਸੀਂ ਆਪਣੀ ਸੰਚਾਰ ਨੂੰ ਜ਼ਿਆਦਾ ਖੂਬਸੂਰਤ, ਜ਼ਿਆਦਾ ਪ੍ਰਭਾਵਮਈ, ਦਿਲਕਸ਼ ਬਣਾਉਣੇ ਆ, ਉਹ ਸਾਰੇ ਸੌਫਟ ਸਕਿੱਲ ਹੋਣੇ ਵੀ ਬਹੁਤ ਬਹੁਤ ਜ਼ਰੂਰੀ ਨੇ। ਜੀ। ਇਹਦੇ ਵਿੱਚ ਮੈਂ ਇੱਕ ਗੱਲ ਹੋਰ ਨੋਟ ਕਰ ਦਵਾਂ ਹੂੰ ਕਿ ਜਦੋਂ ਅਸੀਂ ਬੋਲਦੇ ਆ ਨਾ, ਤੇ ਹਾਂਜੀ। ਬੋਲਣ ਦੇ ਵਿੱਚ ਸਾਨੂੰ ਫੋਨੈਟਿਕਸ ਦੀ ਵੀ ਜਾਣਕਾਰੀ ਬੜੀ ਹੋਣੀ ਚਾਹੀਦੀ ਹੈ ਜੀ ਕਿ ਤੁਹਾਡੀ ਜਿਹੜੀ ਆਵਾਜ਼ ਆ ਉਹਦੇ ਵਿੱਚ ਗੱਲ ਕਰਨ ਵੇਲੇ ਫਾਲਿੰਗ ਤੇ ਰਾਈਜ਼ਿੰਗ ਪਿਚ ਵੀ ਹੁੰਦੀ ਹੈ, ਟੋਨ ਵੀ ਹੁੰਦੀ ਹੈ ਹੂੰ ਕਿ ਜਿਹਨੂੰ ਚੜਾ ਕਿਹੜੀ ਕੇ ਗੱਲ ਉਤਾਰ ਨੂੰ ਕਹਿੰਦੇ ਤੁਸੀਂ ਕਿਸ ਸ਼ਬਦ ਨੂੰ ਕਿਸ ਤਰੀਕੇ ਦੇ ਨਾਲ ਉਹਦਾ ਉਚਾਰਨ ਕਰਨਾ। ਕਰਦੇ ਆ। ਜੇ ਤੁਹਾਨੂੰ ਉਹ ਉਚਾਰਨ ਸਹੀ ਆ ਗਿਆ ਹਾਂਜੀ ਤੇ ਫਿਰ ਉਹਦੇ ਨਾਲ ਦੀ ਕੋਈ ਰੀਸ ਨਹੀਂ। ਹੂੰ ਫਿਰ ਤੁਹਾਡਾ ਜਿਹੜਾ ਸੰਚਾਰ ਮਾਧਿਅਮ ਹੈ ਤੁਹਾਡਾ ਵਿਅਕਤੀਗਤ, ਉਹਨੂੰ ਚਾਰ ਚੰਨ ਲੱਗ ਜਾਣਗੇ। ਠੀਕ ਹੈ। ਬਿਲਕੁਲ ਉਹਦੇ ਚ ਤੁਹਾਡੀ ਸਟ੍ਰੈਸ ਇੰਟੋਨੇਸ਼ਨ ਵੀ ਆ ਜਾਂਦੀ ਹੈ।
ਕਿਉਂਕਿ ਜਦੋਂ ਅਸੀਂ ਗੱਲ ਕਰਨੀ ਆ ਨਾ, ਗੱਲ ਅਸੀਂ ਕਿਸੇ ਵਿਸ਼ੇ ਤੇ ਕਰਨੀ ਆ, ਤੇ ਜਦੋਂ ਵਿਸ਼ਾ ਜਿਹੜਾ ਆ ਨਾ, ਹਾਂਜੀ, ਉਹਨੂੰ ਕੀ ਚੀਜ਼ ਦੀ ਮਹੱਤਤਾ ਦੇਣੀ ਹੈ। ਹਾਂਜੀ, ਹੁਣ ਅਸੀਂ ਇੱਕ ਐਗਜ਼ਾਮਪਲ ਦੇ ਤੌਰ ਤੇ ਇੰਗਲਿਸ਼ ਦੇ ਵਿੱਚ ਜਦੋਂ ਅਸੀਂ ਪੜ੍ਹਾਉਂਦੇ ਆ, ਹਾਂਜੀ, ਅਸੀਂ ਕਹਿੰਦੇ ਹਾਂ ਜੀ ਆ ਐਕਟਿਵ ਵੌਇਸ ਆ, ਪੈਸਿਵ ਵੌਇਸ ਆ, ਹਾਂਜੀ, ਠੀਕ ਹੈ ਨਾ। ਅਸੀਂ ਕਹਿੰਦੇ ਏ ਨੇ ਗੀਤ ਗਾਇਆ, ਦੂਜੇ ਦਿਨ ਗੀਤ ਏ ਦੁਆਰਾ ਗਾਇਆ ਗਿਆ। ਹੁਣ ਜੇ ਸਾਨੂੰ ਇਹ ਪਤਾ ਹੋਏ ਕਿ ਐਕਟਿਵ ਵੌਇਸ ਕਦੋਂ ਯੂਜ਼ ਕਰਨਾ ਤੇ ਪੈਸਿਵ ਵੌਇਸ ਕਦੋਂ ਯੂਜ਼ ਕਰਨਾ ਜੀ, ਵੀ ਜੇ ਤੇ ਗੀਤ ਗਾਉਣ ਵਾਲੇ ਨੂੰ ਦੇਣੀ ਹੈ ਇੰਪੋਰਟੈਂਸ, ਤੇ ਫਿਰ ਐਕਟਿਵ ਵੌਇਸ ਚ ਹੋਊਗੀ, ਤੇ ਜੇ ਅਸੀਂ ਗੀਤ ਨੂੰ ਦੇਣੀ ਹੈ ਤੇ ਉਹ ਫਿਰ ਪੈਸਿਵ ਵੌਇਸ ਹੋਣੀ ਚਾਹੀਦੀ। ਜੀ 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 ਜੀ। ਇਸੇ ਤਰ੍ਹਾਂ ਸਾਡੇ ਗ੍ਰਾਮਰ ਦੀ ਜਿਹੜੀ ਆ, ਚਾਹੇ ਉਹ ਪੰਜਾਬੀ, ਹਿੰਦੀ, ਇੰਗਲਿਸ਼, ਸਾਨੂੰ ਗ੍ਰਾਮਰ ਦਾ ਪ੍ਰੋਪਰ ਗਿਆਨ ਹੋਣਾ ਚਾਹੀਦਾ ਆ ਜੀ, ਔਰ ਅਸੀਂ ਕਿਸ ਤਰੀਕੇ ਦੇ ਨਾਲ ਸ਼ਬਦਾਂ ਨੂੰ ਵਰਤਦੇ ਆ ਉਹਦੀ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਜੀ ਜੀ, ਜਾਣਕਾਰੀ ਸਭ ਨੂੰ ਹੋਣੀ ਚਾਹੀਦੀ ਹੈ। ਇੱਕ ਚੰਗਾ ਸੰਚਾਰ ਦਿਲ ਤੇ ਰਾਜ ਕਰਵਾ ਦਿੰਦਾ ਹੈ। ਆਪਾਂ ਕਹਿੰਦੇ ਕਿੰਨਾ ਮਿੱਠਾ ਬੋਲਦਾ ਹੈ ਔਰ ਕਿੰਨੇ ਸੋਹਣੇ ਸ਼ਬਦਾਂ ਦੀ ਬਣਤਰ ਹੈ ਉਸ ਦੀ ਬੋਲੀ ਦੇ ਵਿੱਚ, ਹੈ ਨਾ। ਤੇ ਇਹ ਦਿਲ ਤੇ ਰਾਜ ਕਰਨ ਦੇ ਲਈ ਇੱਕ ਖਾਸ ਸ਼ਖਸੀਅਤ ਆਪਣੇ ਆਪ ਨੂੰ ਬਣਾਉਣਾ ਪੈਂਦਾ ਹੈ, ਖਾਸ ਗੱਲਾਂ ਨੂੰ ਆਪਣੇ ਅੰਦਰ ਲੈ ਕੇ ਆਉਣਾ ਪੈਂਦਾ ਹੈ। ਬਿਲਕੁਲ ਬਿਲਕੁਲ। ਇਹਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਬੱਚਾ ਬੋਲਣਾ ਸ਼ੁਰੂ ਕਰਦਾ ਹੈ, ਆਪਣੀ ਮਾਂ ਤੋਂ ਸਿੱਖਦਾ ਹੈ, ਤੋਤਲੀਆਂ ਆਵਾਜ਼ਾਂ ਦੇ ਵਿੱਚ ਕਰਦਾ ਹੈ, ਘਰ ਪਰਿਵਾਰ ਦੇ ਵਿੱਚੋਂ ਸਿੱਖਦਾ ਹੈ, ਜਿਵੇਂ ਕਿ ਘਰ ਪਰਿਵਾਰ ਦਾ ਮਾਹੌਲ ਹੁੰਦਾ ਹੈ ਉਹਦੇ ਵਿੱਚੋਂ ਸਿੱਖਦਾ ਹੈ। ਇੱਥੇ ਕੀ ਕਹਿਣਾ ਚਾਹੁੰਦੇ ਕਿ ਚੰਗਾ ਸੰਚਾਰ ਦੇ ਜੇਕਰ ਸਾਨੂੰ ਸਕਿੱਲਸ ਆਉਣੇ ਚਾਹੀਦੇ ਨੇ, ਮਾਂ-ਬਾਪ ਦਾ, ਫੈਮਿਲੀ ਦਾ ਕੀ ਰੋਲ ਹੋਣਾ ਚਾਹੀਦਾ ਹੈ? ਦੇਖੋ ਜੀ, ਸਟਾਰਟਿੰਗ ਜਿਹੜੀ ਆ ਉਹ ਮਾਂ-ਬਾਪ, ਫੈਮਿਲੀ ਤੋਂ ਹੀ ਸ਼ੁਰੂ ਹੁੰਦੀ ਹੈ ਜੀ। ਤੋਂ ਬੱਚਿਆਂ ਦੇ ਸਾਹਮਣੇ ਉਹਨਾਂ ਨੂੰ ਸ਼ੁਰੂ ਤੋਂ ਹੀ, ਪਹਿਲਾਂ ਤਾਂ ਅਸੀਂ ਉਹਨਾਂ ਦੀ ਸਟਾਰਟਿੰਗ ਕਰਦੇ ਹਾਂ ਜੀ, ਉਹਨੂੰ ਦੱਸਦੇ ਹਾਂ ਜੀ ਆਹ ਬਾਲ ਆ, ਆਹ ਸੇਬ ਆ, ਠੀਕ ਹੈ ਨਾ। ਵੀ ਉਹਦੇ ਤੋਂ ਬਾਅਦ ਉਹਨੇ ਬੱਚੇ ਨੇ ਬੋਲਣਾ ਸ਼ੁਰੂ ਕਰ ਦੇਣਾ ਜੀ। ਉਹਨੇ ਕਹਿਣਾ ਇਹ ਗੇਂਦ ਆ, ਹਾਂਜੀ, ਠੀਕ ਹੈ, ਇਹ ਕੇਲਾ ਆ। ਉਸ ਤੋਂ ਬਾਅਦ ਉਹਨੇ ਬੋਲਣਾ ਸ਼ੁਰੂ ਕਰਨਾ। ਤੇ ਸਾਨੂੰ ਉਦੋਂ ਹੀ ਚਾਹੀਦਾ ਆ ਕਿ ਬੱਚੇ ਦਾ ਉਚਾਰਨ ਪਹਿਲਾਂ ਸ਼ਬਦਾਂ ਦਾ ਠੀਕ ਕਰੀਏ, ਅੱਛਾ ਜੀ, ਫਿਰ ਉਹਦਾ ਜਿਹੜਾ ਸੈਂਟੈਂਸ ਸਟਰਕਚਰ ਆ ਉਹ ਠੀਕ ਹੋਵੇ, ਠੀਕ ਹੈ ਜੀ। ਤੇ ਬੱਚੇ ਨੂੰ ਸਹੀ ਜਿਹੜੇ ਪ੍ਰਿੰਸੀਪਲਸ ਨੇ, ਜੇ ਮਾਂ-ਬਾਪ ਅਵੇਅਰ ਨੇ, ਜੇ ਉਹ ਦੇਣ, ਤੇ ਫਿਰ ਸਾਡਾ ਬੱਚੇ ਦੀ ਸਹੀ ਗਰੂਮਿੰਗ ਹੋ ਜਾਂਦੀ ਹੈ। ਹਾਂਜੀ। ਮਾਂ-ਬਾਪ ਤੋਂ ਬਾਅਦ ਜਿਹੜਾ ਰੋਲ ਆ ਉਹ ਫਿਰ ਅਧਿਆਪਕ ਦਾ ਰੋਲ ਆਉਂਦਾ ਹੈ। ਬਿਲਕੁਲ ਸਹੀ ਹੈ। ਹਾਂਜੀ। ਕਿਉਂਕਿ ਕਈ ਵਾਰੀ ਮਾਂ-ਬਾਪ ਦੇ ਕੋਲ ਉਹਨਾਂ ਉਸ ਵਿਸ਼ੇ ਦੇ ਬਾਰੇ ਮਹਾਰਤ ਨਹੀਂ ਹੁੰਦੀ, ਹਾਂਜੀ, ਪਰ ਬੇਸਿਕ ਉਹ ਜ਼ਰੂਰ ਸਿਖਾਉਣ। ਉਸ ਤੋਂ ਬਾਅਦ ਜ਼ਿੰਮੇਵਾਰੀ ਬਣ ਜਾਂਦੀ ਆ ਅਧਿਆਪਕ ਦੀ ਜੀ, ਕਿ ਅਧਿਆਪਕ ਜਿਹੜਾ ਆ ਉਸ ਭਾਸ਼ਾ ਦਾ, ਜਿਹੜੀ ਵੀ ਉਹ ਸਿੱਖਣੀ ਚਾਹੁੰਦਾ, ਭਾਸ਼ਾ ਤੇ ਵੱਧ ਤੋਂ ਵੱਧ ਸਿੱਖਣੀਆਂ ਚਾਹੀਦੀਆਂ, ਪਰ 2 3 4 ਆਉਂਦੀਆਂ ਹੋਣ, ਘੱਟੋ ਘੱਟ ਤੇ ਇੰਨੀਆਂ ਆਉਣੀਆਂ ਚਾਹੀਦੀਆਂ ਨੇ। ਹਾਂਜੀ। ਤਾਂ ਉਹਦੇ ਵਿੱਚ ਉਹਦੇ ਕੀ ਸਿਧਾਂਤ ਨੇ, ਕੀ ਗ੍ਰਾਮਰ ਆ, ਉਹ ਬੱਚੇ ਨੂੰ ਬੜੇ ਸਾਫ਼ ਸ਼ਬਦਾਂ ਦੇ ਵਿੱਚ ਜਿਹੜੀ ਆ, ਸਰਲ ਸ਼ਬਦਾਂ ਦੇ ਵਿੱਚ ਜਿਹੜੀ ਆ, ਉਹ ਦੱਸਣੀ ਬੜੀ ਜ਼ਰੂਰੀ ਆ ਜੀ। ਔਰ ਇਹਦੇ ਵਿਸ਼ੇ ਵੀ ਲੱਗ ਗਏ ਨੇ, ਹੈ ਨਾ। ਜਿੱਦਾਂ ਅਸੀਂ ਕਹਿੰਦੇ ਹਾਂ ਕਿ ਕੁਝ ਸਾਡੇ ਇੱਦਾਂ ਦੇ ਕੋਰਸ ਆ ਗਏ ਨੇ ਜਿਨ੍ਹਾਂ ਵਿੱਚ ਪੜ੍ਹਾਇਆ ਜਾਂਦਾ ਹੈ ਕਮਿਊਨੀਕੇਸ਼ਨ ਸਕਿੱਲ ਨੂੰ, ਬੱਚਿਆਂ ਨੂੰ ਸਿਖਾਇਆ ਜਾਂਦਾ ਹੈ। ਉੱਥੇ ਟੀਚਰ ਇੱਕ ਰੋਲ ਮਾਡਲ ਦੀ ਤਰ੍ਹਾਂ ਸਾਹਮਣੇ ਆਉਂਦਾ ਹੈ। ਬਿਲਕੁਲ ਜੀ, ਬਿਲਕੁਲ ਜੀ, ਹੈ ਨਾ। ਔਰ ਅੱਜ ਦੇ ਸਮੇਂ ਦੇ ਵਿੱਚ ਅਸੀਂ ਗੱਲ ਕਰੀਏ ਜਾਵੇ ਤਾਂ ਬਹੁਤ ਸਾਰਾ ਪ੍ਰਭਾਵ ਸਾਡਾ ਸੋਸ਼ਲ ਸਾਈਟ ਤੇ ਵੀ ਸਾਨੂੰ ਪਾਉਂਦਾ ਹੈ। ਮਿੰਟਾਂ ਵਿੱਚ ਅਸੀਂ ਗੁੱਡ ਮਾਰਨਿੰਗ ਭੇਜਣੀ ਹੋਵੇ ਤਾਂ GM ਲਿਖਦੇ ਆ, ਗੁੱਡ ਨਾਈਟ ਬੋਲਣਾ ਹੋਵੇ GN ਲਿਖ ਦਿੰਦੇ ਆ। ਬੋਲਣ 'ਚ ਵੀ ਅਸੀਂ ਇੱਦਾਂ ਹੀ ਸ਼ਬਦਾਂ ਦੀ ਵਰਤੋਂ ਕਰਦੇ ਹਾਂ। ਕੀ ਇਹ ਸਾਨੂੰ ਸਹੀ ਦਿਸ਼ਾ ਦੇ ਰਿਹਾ ਹੈ? ਦੇਖੋ, ਜੇ ਤੇ ਤੁਸੀਂ ਇਨਫਾਰਮਲ ਜੀ ਗੱਲ ਕਰਦੇ ਹੋ ਤਾਂ ਉੱਥੇ ਤੇ GM ਵੀ ਠੀਕ ਹੈ, GN ਵੀ ਠੀਕ ਹੈ ਜੀ। ਪਰ ਜ਼ਿੰਦਗੀ ਜਿਹੜੀ ਆ ਨਾ, ਇਨਫਾਰਮਲ ਬਹੁਤ ਥੋੜੀ ਹੁੰਦੀ ਹੈ। ਬਹੁਤੀ ਜ਼ਿੰਦਗੀ ਜਿਹੜੀ ਆ ਸਾਨੂੰ ਫਾਰਮਲ ਜਾਣਾ ਪੈਂਦਾ ਆ। ਉਹਦੇ ਵਾਸਤੇ ਸਾਨੂੰ ਪ੍ਰੋਪਰ ਕਮਿਊਨੀਕੇਸ਼ਨ ਸਿਸਟਮ ਨੂੰ ਸਮਝਣਾ ਵੀ ਪਊਗਾ ਔਰ ਉਹਨੂੰ ਡਿਵੈਲਪ ਵੀ ਕਰਨਾ ਪਊਗਾ, ਇੰਪਰੂਵ ਵੀ ਕਰਨਾ ਪਊਗਾ ਜੀ। ਇਸੇ ਕਰਕੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਬੜਾ ਜ਼ੋਰ ਦਿੱਤਾ ਕਿ ਕੁਝ ਉਹ ਕੋਰਸਿਸ ਸ਼ੁਰੂ ਕੀਤੇ ਜਾਣ ਜਿਨ੍ਹਾਂ ਨਾਲ ਕਮਿਊਨੀਕੇਸ਼ਨ ਸਿਸਟਮ ਜਿਹੜਾ ਉਹ ਠੀਕ ਹੋਵੇ। ਔਰ ਉਹਦੀ ਜ਼ਰੂਰਤ ਕਿਉਂ ਪਈ
ਕਿਉਂਕਿ ਉਹ ਜਿਹੜਾ ਤੁਸੀਂ ਪਿੱਛੇ ਸਵਾਲ ਕੀਤਾ ਸੀ ਨਾ ਕਿ ਸੋਸ਼ਲ ਮੀਡੀਆ ਦਾ ਮਾੜਾ ਪ੍ਰਭਾਵ, ਉਹ ਮਾੜਾ ਪ੍ਰਭਾਵ ਜ਼ਿਆਦਾ ਸਾਡੇ ਤੇ ਹਾਵੀ ਹੁੰਦਾ ਜਾ ਰਿਹਾ ਸੀ। ਔਰ ਅੱਜ ਵੀ ਤੁਸੀਂ ਦੇਖੋ ਵੀ ਜੇ ਕਿਸੇ ਦਫ਼ਤਰ 'ਚ ਜਾਣਾ, ਨੋ ਡਾਊਟ ਆਨਲਾਈਨ ਬੜਾ ਕੁਝ ਹੋ ਗਿਆ, ਪਰ ਆਨਲਾਈਨ ਵੀ ਜੇ ਤੁਸੀਂ ਆਪਣੀ ਗੱਲ ਪ੍ਰੋਪਰ ਲਿਖ ਕੇ ਪਾਉਣੀ ਹੈ, ਹਾਂਜੀ, ਜਾਂ ਤੁਸੀਂ ਕੋਈ ਐਪਲੀਕੇਸ਼ਨ ਲਿਖਣੀ ਆ ਹੱਥ ਦੇ ਨਾਲ, ਤੇ ਉੱਥੇ ਤੁਹਾਡਾ ਇਨਫਾਰਮਲ ਨਹੀਂ ਚੱਲਣਾ, ਉੱਥੇ ਤੁਹਾਡਾ ਫਾਰਮਲ ਚੱਲਣਾ ਹੈ, ਉਹ ਚੱਲਣਾ ਵੀ ਚਾਹੀਦਾ ਹੈ। ਹਾਂਜੀ, ਉਹ ਕਮਿਊਨੀਕੇਸ਼ਨ ਸਕਿੱਲ ਅੱਜ ਵੀਕ ਹੋ ਗਏ ਨੇ। ਉਹਨੂੰ ਦੇਖਦੇ ਹੋਏ ਕਈ ਸਬਜੈਕਟਸ ਆ ਗਏ। ਹਾਂਜੀ, ਹੁਣ ਆਪਾਂ ਪੰਜਾਬ ਦੇ ਵਿੱਚ ਕੀ ਆ, ਬਹੁਤੀ ਪੰਜਾਬੀ ਚੱਲਦੀ ਹੈ ਜਾਂ ਇੰਗਲਿਸ਼ ਚੱਲਦੀ ਹੈ, ਹਿੰਦੀ ਚੱਲਦੀ ਹੈ। ਹਾਂਜੀ, ਤੋਂ ਨਵੇਂ ਸਬਜੈਕਟ ਪਿਛਲੇ 10 ਸਾਲਾਂ ਦੇ ਵਿੱਚ 15 ਚ ਇੰਟਰੋਡਿਊਸ ਹੋਣੇ ਸ਼ੁਰੂ ਹੋ ਗਏ। ਫੰਕਸ਼ਨਲ ਪੰਜਾਬੀ, ਹਾਂਜੀ, ਫੰਕਸ਼ਨਲ ਪੰਜਾਬੀ, ਫੰਕਸ਼ਨਲ ਇੰਗਲਿਸ਼ ਸ਼ੁਰੂ ਹੋ ਗਈ, ਫੰਕਸ਼ਨਲ ਹਿੰਦੀ ਸ਼ੁਰੂ ਹੋ ਗਈ ਜੀ। ਉਹ ਕੀ ਹੈ? ਉਹ ਇਹੋ ਹੀ ਆ, ਫੰਕਸ਼ਨਲ ਦਾ ਮਤਲਬ ਕਾਰਜਕਾਰੀ, ਜਿਹਨੇ ਕੰਮਕਾਜ ਚਲਾਉਣਾ। ਇਹਦਾ ਮਤਲਬ ਇਹ ਹੈ ਕਿ ਸਾਡੇ ਉਹ ਕਮਿਊਨੀਕੇਸ਼ਨ ਸਕਿੱਲ ਵੀਕ ਹੋ ਗਏ, ਜਿਹਦੇ ਕਰਕੇ ਸਾਨੂੰ ਅੱਜ ਫਿਰ ਯਾਦ ਕਰਾਉਣਾ ਪੈ ਰਿਹਾ ਕਿ ਭਾਈ ਫੰਕਸ਼ਨਲ ਇੰਗਲਿਸ਼ ਵੀ ਪੜ੍ਹੋ, ਫੰਕਸ਼ਨਲ ਪੰਜਾਬੀ ਵੀ ਪੜ੍ਹੋ, ਔਰ ਫੰਕਸ਼ਨਲ ਹਿੰਦੀ ਵੀ ਪੜ੍ਹੋ, ਜਾਂ ਬਾਕੀ ਜਿਹੜੀਆਂ ਲੈਂਗੁਏਜਸ ਨੇ ਉਹਨਾਂ ਨੂੰ ਵੀ ਸਟੱਡੀ ਕੀਤਾ ਜਾਵੇ। ਜੀ ਜੀ ਜੀ, ਠੀਕ ਹੈ। ਸੋ ਇਹਨਾਂ ਚੀਜ਼ਾਂ ਦੇ, ਇਹਨਾਂ ਸਬਜੈਕਟਸ ਨੂੰ ਵੀ ਕਾਲਜਸ ਨੂੰ ਇੰਟਰੋਡਿਊਸ ਕਰਨਾ ਚਾਹੀਦਾ ਜੀ। ਮੈਂ ਵੀ ਪਿਛਲੇ ਲਗਭਗ 4-5 ਸਾਲਾਂ ਦੇ ਵਿੱਚ 6-7 ਇਸ ਤਰੀਕੇ ਦੇ ਜਿਹੜੇ ਸਬਜੈਕਟ ਸੀਗੇ, ਵੋਕੇਸ਼ਨਲ ਸਬਜੈਕਟ ਵੀ ਆਪਾਂ ਇਹਨਾਂ ਨੂੰ ਕਹਿ ਦਿੰਦੇ ਆ, ਕਿ ਜਿਨ੍ਹਾਂ ਦੇ ਨਾਲ ਸੰਚਾਰ ਮਾਧਿਅਮ ਠੀਕ ਹੋ ਜੇ ਜੀ, ਤੇ ਨਾਲ ਕਈਆਂ ਨੂੰ ਕੁਝ ਕੰਟੈਂਟ ਵੀ ਮਿਲ ਜੇ। ਠੀਕ ਹੈ ਨਾ। ਬਹੁਤ ਚੰਗਾ ਕੁਝ ਸਾਲ ਪਹਿਲਾਂ ਜਿਵੇਂ ਸਾਰਿਆਂ ਨੂੰ ਅੱਜ GST ਆ ਗਈ 4 ਸਾਲ ਪਹਿਲਾਂ। ਹਾਂਜੀ, ਤੇ GST ਦੇ ਵਿੱਚ ਸਾਰਿਆਂ ਨੂੰ ਜਿਵੇਂ ਆ ਕਿ ਆਪਣੇ ਫਾਰਮ ਭਰਨੇ ਵੀ ਆ ਜਾਣ, ਇਨਕਮ ਟੈਕਸ ਰਿਟਰਨ ਵੀ ਸਾਰਿਆਂ ਨੇ ਭਰਨੀ ਆ। ਜੀ ਜੀ ਜੀ। ਤੇ ਅਸੀਂ ਉੱਥੇ ਇੱਕ ਸਬਜੈਕਟ ਸਟਾਰਟ ਕਰ ਦਿੱਤਾ, ਟੈਕਸ ਪ੍ਰੋਸੀਜਰ ਐਂਡ ਪ੍ਰੈਕਟਿਸ। ਹਾਂਜੀ, ਵੀ ਜੇ ਮਾੜਾ ਮੋਟਾ ਉਹਨੇ ਗ੍ਰੈਜੂਏਸ਼ਨ ਲੈਵਲ ਤੱਕ ਪੜ੍ਹਿਆ ਹੋਊਗਾ ਜੀ ਜੀ ਜੀ, ਤੇ ਉਹ ਆਪਣੇ ਫਾਰਮ ਤੇ ਭਰ ਸਕੂਗਾ। ਤੇ ਜਿਹੜਾ ਫਾਰਮ ਭਰਦਾ ਉਹ ਕੱਲੀ ਕਮਿਊਨੀਕੇਸ਼ਨ ਸਿਰਫ ਭਾਸ਼ਾ ਹੀ ਨਹੀਂ ਹੈ। ਹਾਂ, ਜੇ ਕੋਈ ਕਾਮਰਸ ਵਿੱਚ ਆ ਤਾਂ ਉੱਥੇ ਬਿਜ਼ਨਸ ਕਮਿਊਨੀਕੇਸ਼ਨ ਲੱਗੀ ਹੋਈ ਹੈ। ਹਾਂਜੀ ਹਾਂਜੀ ਠੀਕ ਹੈ ਨਾ। ਹਾਂਜੀ, ਜੇ ਕੋਈ IT ਵਾਲਾ ਤਾਂ ਉਹਨੂੰ IT ਕਮਿਊਨੀਕੇਸ਼ਨ ਲੱਗੀ ਹੋਈ ਹੈ। ਹਾਂਜੀ, ਬਿਲਕੁਲ। ਸੋ ਹਰ ਇੱਕ ਸਬਜੈਕਟ ਦੇ ਆਪਣੇ ਕਮਿਊਨੀਕੇਸ਼ਨ ਸਿਸਟਮ ਹੁਣ ਐਡਵਾਂਸ ਹੁੰਦੇ ਜਾ ਰਹੇ ਨੇ ਜੀ, ਔਰ ਇਹਨੂੰ ਅਸੀਂ ਸਿਰਫ ਪੰਜਾਬੀ ਹਿੰਦੀ ਤੱਕ ਹੀ ਨਹੀਂ ਲੈ ਕੇ ਜਾਣਾ, ਇਹਨਾਂ ਨੂੰ ਵੱਖਰੇ ਵੱਖਰੇ ਸਪੈਸ਼ਲਾਈਜ਼ਡ ਸਬਜੈਕਟ ਦਾ ਕਮਿਊਨੀਕੇਸ਼ਨ ਸਿਸਟਮ ਹੀ ਇੰਪਰੂਵ ਕਰਨਾ ਬੇਹੱਦ ਜ਼ਰੂਰੀ ਆ ਅੱਜ ਦੇ ਸਮੇਂ ਦੇ ਹਾਣੀ ਹੋਣ ਵਾਸਤੇ। ਬਿਲਕੁਲ। ਤੁਸੀਂ ਗੱਲਾਂ ਵਿੱਚ ਦੱਸਿਆ 32 ਸਾਲ ਦਾ ਤੁਹਾਡਾ ਐਕਸਪੀਰੀਅੰਸ ਹੈਗਾ ਆ ਐਜ਼ ਏ ਐਜੂਕੇਸ਼ਨਿਸਟ, ਹੈ ਨਾ, ਤੇ ਉਹਦੇ ਵਿੱਚ ਹੀ ਤੁਸੀਂ ਦੱਸ ਦਿੱਤਾ ਕਿ ਇਹ ਸਾਡੇ ਜਿਹੜੇ ਸਬਜੈਕਟ ਨੇ ਉਹ ਸਾਡੇ ਲਈ ਕਿੰਨੀ ਮਹੱਤਤਾ ਦਿੰਦੇ ਨੇ। ਬਿਲਕੁਲ। ਸਮਾਂ ਸਾਡੇ ਕੋਲ ਥੋੜਾ ਜਿਹਾ ਰਹਿ ਗਿਆ, ਜਾਂਦੇ ਜਾਂਦੇ ਹੋਏ ਸਾਨੂੰ ਸਾਡੀ ਯੂਥ ਨੂੰ, ਸਾਡੇ ਬੱਚਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਸਾਨੂੰ ਕਮਿਊਨੀਕੇਸ਼ਨ ਸਕਿੱਲ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਕਿੱਦਾਂ ਅੱਗੇ ਵਧਣਾ ਚਾਹੀਦਾ ਹੈ? ਕਿਹੜੀਆਂ ਸੌਫਟ ਸਕਿੱਲ ਸਾਡੇ ਜਿਹੜੀਆਂ ਲਾਹੇਵੰਦ ਹੋ ਸਕਦੀਆਂ ਨੇ, ਜ਼ਰੂਰ ਦੱਸਿਆ ਜਾਵੇ। ਦੇਖੋ ਜੀ, ਪਹਿਲੀ ਗੱਲ ਤੇ ਮੇਰੀ ਸਾਰੇ ਹੀ ਸਰੋਤਿਆਂ ਨੂੰ, ਖਾਸ ਕਰਕੇ ਨੌਜਵਾਨਾਂ ਨੂੰ ਇੱਕ ਅਪੀਲ ਹੈ ਕਿ ਜ਼ਿੰਦਗੀ ਦੇ ਵਿੱਚ ਕਦੀ ਸ਼ਾਰਟਕਟ ਜਿਹੜਾ ਨਾ ਉਹ ਸਾਨੂੰ ਸਕਸੈਸ ਨਹੀਂ ਦਿੰਦਾ ਜੀ। ਤੇ ਜਿਹੜੀ ਵੀ ਅਸੀਂ ਭਾਸ਼ਾ, ਪਹਿਲੀ ਗੱਲ ਤੇ ਤਾਂ ਸਾਨੂੰ 2-3-4 ਭਾਸ਼ਾ ਜ਼ਰੂਰ ਆਉਣੀਆਂ ਚਾਹੀਦੀਆਂ ਜੀ। ਉਹਨਾਂ ਭਾਸ਼ਾ ਦਾ ਬੁਨਿਆਦੀ ਢਾਂਚਾ ਸਾਨੂੰ ਜ਼ਰੂਰ ਸਮਝ ਆਉਣਾ ਚਾਹੀਦਾ ਜੀ। ਭਾਸ਼ਾ ਸਿਰਫ ਇਹੋ ਹੀ ਨਹੀਂ ਹੈਗਾ ਕਿ ਅਸੀਂ ਬੋਲੀ ਜਾਣਾ ਆ, ਅਸੀਂ ਕਿਸ ਤਰੀਕੇ ਨਾਲ ਪ੍ਰਭਾਵਮਈ ਬੋਲਣਾ ਆ, ਪ੍ਰਭਾਵਮਈ ਲਿਖਤੀ ਤੌਰ ਤੇ ਤਗੜੇ ਹੋਣਾ ਆ, ਪ੍ਰਭਾਵਮਈ ਕਿਵੇਂ ਅਸੀਂ ਸੁਣਨ ਦੇ ਕਾਬਿਲ ਹੋਣਾ ਆ, ਹਾਂਜੀ, ਤੇ ਕਿਵੇਂ ਅਸੀਂ ਪੜ੍ਹਨ ਦੇ ਕਾਬਿਲ ਹੋਣਾ ਆ। ਇਹ ਚਾਰੇ ਮੋਡਿਊਲ ਜਿਹੜੇ ਨੇ, ਰੀਡਿੰਗ, ਰਾਈਟਿੰਗ, ਲਿਸਨਿੰਗ, ਸਪੀਕਿੰਗ, ਬਹੁਤ ਇੰਪੋਰਟੈਂਟ ਨੇ ਜੀ। ਸੋ ਪਹਿਲੀ ਗੱਲ ਤੇ ਹੈ ਕਿ ਸਾਡੇ ਕੋਲ ਲੈਂਗੁਏਜ ਦੀ ਬੁਨਿਆਦੀ ਢਾਂਚਾ ਸਾਡੇ ਦਿਮਾਗ ਦੇ ਵਿੱਚ ਜ਼ਰੂਰ ਹੋਣਾ। ਜੇ ਮੈਂ ਦੱਸਿਆ ਕਿ ਐਕਟਿਵ ਵੌਇਸ ਕਰਨ ਯੂਜ਼ ਕਰਨਾ, ਪੈਸਿਵ ਵੌਇਸ ਕਰਨ ਯੂਜ਼ ਕਰਨਾ, ਪਾਰਟਸ ਆਫ ਸਪੀਚ ਕੀ ਹੈ, ਬੋਲੀ ਦੇ ਅੰਗ ਕੀ ਨੇ, ਉਹ ਕਿਉਂ ਬੋਲੀ ਜਾਂਦੇ, ਸਾਨੂੰ ਸਾਰਾ ਪਤਾ ਹੋਣਾ ਚਾਹੀਦਾ। ਦੂਜੀ ਗੱਲ ਹੈ ਕਿ ਸਾਡੇ ਅੰਦਰ ਗਿਆਨ ਦੀ ਵੀ ਬੜੀ ਜ਼ਰੂਰਤ ਹੈ ਜੀ, ਕਿਉਂਕਿ ਅਸੀਂ ਬੋਲਣਾ ਕਿਹੜਾ, ਕਿਸੇ ਵਿਸ਼ੇ ਬਾਰੇ ਬੋਲਣਾ ਜੀ। ਤੇ ਸਾਡੇ ਵਾਸਤੇ ਆਪਣਾ ਜਿਹੜਾ ਅਸੀਂ ਫੀਲਡ ਚੁਣਿਆ ਉਹਦੇ ਵਾਸਤੇ ਵੀ ਬੜਾ ਜ਼ਰੂਰੀ ਹੈ।
ਇਹ ਕੱਲਾ ਨੌਕਰੀ ਵਾਲਿਆਂ ਵਾਸਤੇ ਹੀ ਜ਼ਰੂਰੀ ਨਹੀਂ ਹੈ, ਬਿਜ਼ਨਸ ਵਾਲਿਆਂ ਲਈ ਵੀ ਜ਼ਰੂਰੀ ਹੈ, ਦੁਕਾਨਦਾਰ ਵਾਸਤੇ ਵੀ ਜ਼ਰੂਰੀ ਹੈ। ਜਿਹੜਾ ਉਹਦਾ ਕਿੱਤਾ ਆ ਉਹਦੇ ਬਾਰੇ ਉਹਨੂੰ ਪੂਰਾ ਪ੍ਰੋਪਰ ਗਿਆਨ ਹੋਵੇ ਔਰ ਉਹਨੂੰ ਬੋਲਣ ਦਾ ਢੰਗ ਤਰੀਕਾ ਸਲੀਕਾ ਹੋਵੇ, ਤੇ ਜੇ ਉਹਦੇ ਨਾਲ ਉਹਨੂੰ ਕੋਲ ਸੌਫਟ ਸਕਿੱਲਸ ਵੀ ਹੈਗੇ ਨੇ ਕਿ ਬੰਦੇ ਦੀ ਚਾਲ ਪੜ੍ਹ ਸਕਦਾ ਆ ਜੀ, ਬੰਦੇ ਦਾ ਇਸ਼ਾਰਾ ਪੜ੍ਹ ਸਕਦਾ ਆ ਜੀ, ਤਾਂ ਉਹਨੂੰ ਆਪਣੇ ਆਪ ਨੂੰ ਵੀ ਬੜਾ ਕੌਨਫੀਡੈਂਸ ਹੋਊਗਾ ਤੇ ਅਗਲੇ ਤੇ ਵੀ ਚੰਗਾ ਪ੍ਰਭਾਵ ਪਾਊਗਾ ਜੀ। ਸੋ ਜਿੰਨੀ ਵੀ ਅਸੀਂ ਅੱਜ ਗੱਲਬਾਤ ਕੀਤੀ ਆ, ਜੇ ਇਹਨਾਂ ਨੁਕਤਿਆਂ ਦੇ ਉੱਪਰ ਅਸੀਂ ਜ਼ੋਰ ਦੇਵਾਂਗੇ ਤੇ ਮੈਨੂੰ ਲੱਗਦਾ ਕਿ ਅਸੀਂ ਜਿਹੜਾ ਸਾਡਾ ਮਨੁੱਖੀ ਜੀਵਨ ਦਾ ਸਭ ਤੋਂ ਮਹੱਤਵਪੂਰਨ ਆਸ਼ਾ ਆ ਉਹ ਹੈਗਾ ਕਮਿਊਨੀਕੇਸ਼ਨ ਸਕਿੱਲਸ, ਉਹਨੂੰ ਅਸੀਂ ਜ਼ਰੂਰ ਇੰਪਰੂਵ ਕਰ ਸਕਦੇ ਹਾਂ। ਬਿਲਕੁਲ ਬਿਲਕੁਲ, ਔਰ ਸਾਡੇ ਦਰਸ਼ਕਾਂ ਨੂੰ ਅੱਜ ਦੀ ਇਹ ਗੱਲਬਾਤ ਜ਼ਰੂਰ ਪਸੰਦ ਆਈ ਹੋਏਗੀ। ਡਾਕਟਰ ਗੁਰਦੇਵ ਸਿੰਘ ਰੰਧਾਵਾ, ਤੁਸੀਂ ਸਟੂਡੀਓ ਵਿੱਚ ਆਏ ਔਰ ਵੱਡਮੁੱਲੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ।